ਪਿੱਛੋਂ ਅਸੀਂ ਪੰਜਾਬ ਦੇ ਨਾਲ ਜੁੜੇ ਹੋਏ ਹਾਂ ਤੇ ਪੰਜਾਬ ਦਾ ਜਿਹੜਾ ਆਪਾਂ ਕਹ ਲਈਏ ਇੱਕ ਵੱਡਾ ਹਿੱਸਾ ਜਿਹੜਾ ਹੈ ਕਿਸਾਨੀ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਹੈ। ਕਿਸਾਨੀ ਕਰਦੇ ਨੇ ਲੋਕ ਤੇ ਉਸ ਦੇ ਵਿੱਚ ਜਦੋਂ ਆਪਾਂ ਦੇਖਦੇ ਹੈਗੇ ਕਿ ਬਹੁਤ ਸਾਰੇ ਜਿਹੜੇ ਪਰਿਵਾਰ ਨੇ, ਖਾਸ ਕਰਕੇ ਜਿਹੜੀ ਇੱਕ ਵੱਡੀ ਮਾਤਰਾ ਹੈਗੀ ਉਹ ਕਿਸਾਨੀ ਨਾਲ ਜੁੜੀ ਹੋਈ ਹੈ। ਔਰ ਇਸ ਬਿੱਲ ਦਾ ਜਦੋਂ ਆਉਣਾ ਸੀ ਤੇ ਪੰਜਾਬ ਦੇ ਵਿੱਚੋਂ ਇੱਕ ਵੱਡੇ ਪੱਧਰ ਤੇ ਜਿਹੜਾ ਹੈ ਵਿਰੋਧ ਵੀ ਦੇਖਣ ਨੂੰ ਮਿਲਿਆ ਤੇ ਪਿਛਲੇ ਦਿਨੀ ਜਿਹੜਾ ਹੈਗਾ ਪੋਲੀਟੀਕਲ ਰੰਗਤ ਵੀ ਇਸ ਦੇ ਵਿੱਚ ਆਈ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੋਣਾ ਨੇ ਉਹਨਾਂ ਨੇ ਮਿਨਿਸਟਰੀ ਤੋਂ ਵੀ ਅਸਤੀਫਾ ਦਿੱਤਾ, ਭਾਵੇਂ ਕਿ ਅਕਾਲੀ ਦਲ ਨੇ ਜਿਹੜੀ ਆਪਣੀ ਸਪੋਰਟ ਹੈ ਉਹ ਵੀ ਵਾਪਸ ਨਹੀਂ ਲਈ। ਤੇ ਪਿਛਲੇ ਦਿਨਾਂ ਦੇ ਵਿੱਚ ਕਿਸਾਨੀ ਦਾ ਮੁੱਦਾ ਇੱਕ ਹੌਟ ਮੁੱਦਾ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਤੇ ਪੰਜਾਬ ਦੇ ਗਰਾਊਂਡ ਦੇ ਉੱਤੇ ਵੀ ਇੱਕ ਵੱਡਾ ਮੁੱਦਾ ਜਿਹੜਾ ਹੈ ਉੱਭਰ ਕੇ ਸਾਹਮਣੇ ਆਇਆ। ਔਰ ਇਸੇ ਵਿਸ਼ੇ ਤੇ ਸਾਡੇ ਨਾਲ ਗੱਲ ਕਰਨ ਦੇ ਲਈ ਜੁੜ ਚੁੱਕੇ ਨੇ ਡਾਕਟਰ ਗੁਰਮੀਤ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਧਰਮ ਅਧਿਐਨ ਵਿਭਾਗ ਦੇ ਵਿੱਚ ਉਹਨਾਂ ਨਾਲ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬਿਲੋਂਗ ਕਰਦੇ ਨੇ ਤੇ ਉੱਥੇ ਐਜ਼ ਅ ਪ੍ਰੋਫੈਸਰ ਇਹ ਹੈਗੇ ਨੇ ਤੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ, ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਰਦਾਰ ਗੁਰਮੀਤ ਸਿੰਘ ਜੀ, ਅਸੀਂ ਤੁਹਾਡੇ ਕੋਲੋਂ ਜਾਨਣਾ ਚਾਹੁੰਦੇ ਹਾਂ ਕਿ ਤੁਸੀਂ ਐਕਸਪਰਟ ਹੈਗੇ ਹੋ ਇਸ ਬਾਰੇ, ਤੁਹਾਡੀ ਵੀ ਕਾਫੀ ਜ਼ਿਆਦਾ ਜਾਣਕਾਰੀ ਹੈਗੀ ਹੈ, ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਅੱਜ ਆਪਾਂ ਇਸ ਬਿੱਲ ਤੇ ਥੋੜੀ ਜਿਹੀ ਡਿਸਕਸ਼ਨ ਕਰਨੀ ਹੈ ਕਿ ਇਸ ਦੇ ਵਿੱਚ ਕਿਹੜੀਆਂ ਚੰਗੀਆਂ ਗੱਲਾਂ ਨੇ, ਕਿਹੜੀਆਂ ਮਾੜੀਆਂ ਗੱਲਾਂ ਨੇ, ਔਰ ਕੀ ਪੰਜਾਬ ਦੀ ਕਿਸਾਨੀ ਦੇ ਉੱਤੇ ਇਸ ਦਾ ਫਰਕ ਪਵੇਗਾ। ਸ਼ੁਰੂਆਤ ਅੱਜ ਆਪਾਂ ਇੱਥੋਂ ਹੀ ਕਰਨੀ ਹੈ ਕਿ ਇਸ ਬਿੱਲ ਦੇ ਵਿੱਚ ਆਖਰ ਹੈ ਕੀ ਹੈ, ਇਹੋ ਜਿਹਾ ਕੀ ਹੈ ਇਸ ਬਿੱਲ ਦੇ ਵਿੱਚ ਜਿਹੜੇ 3 ਬਿੱਲ ਪਾਸ ਕੀਤੇ ਗਏ ਨੇ। ਵੀਰ ਜੀ, ਸਭ ਤੋਂ ਪਹਿਲਾਂ ਆਪਾਂ ਬੈਕਗ੍ਰਾਉਂਡ ਦੇ ਵੱਲ ਜਾਈਏ। ਤੁਸੀਂ ਪੰਜਾਬ ਦੀ ਗੱਲ ਕੀਤੀ ਹੈ। ਪੰਜਾਬ ਦੇ ਜੀਵਨ ਦੇ ਵਿੱਚ 1947 ਤੋਂ ਪਿੱਛੋਂ, ਖਾਸ ਕਰਕੇ ਜੇ ਆਪਾਂ ਗੱਲ ਕਰ ਲਈਏ ਜਦੋਂ 1965 ਦੇ ਵਿੱਚ ਜੰਗ ਲੱਗੀ ਪਾਕਿਸਤਾਨ ਦੇ ਨਾਲ, ਉਦੋਂ ਬਾਅਦ ਦੇ ਵਿੱਚ ਕੀ ਹੁੰਦਾ ਕਿ ਇੱਥੇ ਜਿਹੜੀ ਸਾਡੀ ਖੇਤੀਬਾੜੀ ਦਾ ਜੋ ਪੁਰਾਣੇ ਢੰਗ ਸੀ ਉਹਨੂੰ ਨਵੇਂ ਢੰਗਾਂ ਦੇ ਵਿੱਚ ਬਦਲਿਆ ਸਰਕਾਰ ਨੇ। ਇਹ ਉਹ ਸਮਾਂ ਸੀ ਜਦੋਂ ਭਾਰਤ ਮੁਲਕ ਦੇ ਵਿੱਚ ਅਨਾਜ ਦੀ ਥੋੜ ਸੀ, ਸੋਕਾ ਪਿਆ ਹੋਇਆ ਸੀ। ਉਸ ਮੌਕੇ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਇੱਕ ਹਰੀ ਕ੍ਰਾਂਤੀ ਦੇ ਨਾਂ ਤੇ ਖੇਤੀਬਾੜੀ ਦੇ ਵਿੱਚ ਵੱਡੀਆਂ ਤਬਦੀਲੀਆਂ ਲੈ ਕੇ ਆਂਦੀਆਂ, ਜਿਹਨੂੰ ਅਸੀਂ ਗ੍ਰੀਨ ਰੈਵੋਲੂਸ਼ਨ ਦੇ ਨਾਮ ਨਾਲ ਜਾਣਦੇ ਹਾਂ। ਤੇ ਤੁਸੀਂ ਸਾਰੇ ਜਿਹੜੇ ਮੇਰੇ NRI ਵੀਰ ਵੱਖ-ਵੱਖ ਮੁਲਕਾਂ 'ਚ ਵਸਦੇ ਨੇ, ਉਹਨਾਂ ਨੇ ਖੁਦ ਵੀ ਉਸ ਸਮੇਂ ਦੇ ਵਿੱਚ ਕੰਮ ਕੀਤਾ। ਇਹਨੇ ਕੀ ਕੀਤਾ ਕਿ ਜਿਹੜਾ ਸਾਡਾ ਪੁਰਾਣਾ ਢੰਗ ਸੀਗਾ ਖੇਤੀਬਾੜੀ ਦਾ, ਉਹਨੂੰ ਬਦਲਿਆ। ਉਸ ਸਮੇਂ ਸਰਕਾਰ ਨੇ ਕਿਸਾਨਾਂ ਦੀ ਪ੍ਰੋਟੈਕਸ਼ਨ ਕਰਨ ਦੇ ਲਈ ਇੱਕ MSP ਮਿਨੀਮਮ ਸਪੋਰਟ ਪ੍ਰਾਈਸ, ਦੋ ਖਾਸ ਕਰਕੇ ਜਿਹੜੀਆਂ ਪ੍ਰਮੁੱਖ ਫਸਲਾਂ ਪੰਜਾਬ ਦੇ ਵਿੱਚ ਪੈਦਾ ਹੋਣੀਆਂ ਸ਼ੁਰੂ ਹੋਈਆਂ, ਜਿਹਨੂੰ ਅਸੀਂ ਕਹਿੰਦੇ ਕਣਕ ਤੇ ਝੋਨਾ। ਤੇ ਪੰਜਾਬ ਦੀ ਤੁਸੀਂ ਖੇਤੀਬਾੜੀ ਦੀ ਜੇ ਆਪਾਂ ਗੱਲ ਕਰੀਏ, ਭਾਰਤ ਦੀ ਕੁੱਲ ਖੇਤੀਬਾੜੀ ਪ੍ਰੋਡਕਸ਼ਨ ਦੇ ਵਿੱਚ ਜੇ ਕਣਕ ਦਾ 60% ਔਰ 40% ਚਾਵਲ ਪੈਦਾ ਕਰਨ ਦੇ ਵਿੱਚ ਇੰਡੀਆ ਦਾ ਪੰਜਾਬ ਨੇ ਰਿਕਾਰਡ ਕਾਇਮ ਕੀਤਾ ਹੈ। ਜਦੋਂ ਕਿ ਪੰਜਾਬ ਦੇ ਵਿੱਚ ਜ਼ਮੀਨ ਕੇਵਲ ਇੰਡੀਆ ਦੀ 2% ਔਰ ਆਬਾਦੀ ਵੀ 2% ਤੋਂ ਘੱਟ ਸੀ। ਇੰਨੀ ਘੱਟ ਆਬਾਦੀ ਨੇ ਇੰਨੀ ਵੱਡੀ ਪੱਧਰ ਤੇ ਜਿਹੜੀ ਪ੍ਰੋਡਕਸ਼ਨ ਕੀਤੀ, ਉਹਦੇ ਨਾਲ ਕੀ ਹੋਇਆ ਕਿ ਕੁਝ ਸਮੇਂ ਪੰਜਾਬ ਦੇ ਲੋਕਾਂ ਦਾ ਜ਼ਿਆਦਾ ਪ੍ਰੋਡਕਸ਼ਨ ਹੋਣ ਕਰਕੇ ਗੁਜ਼ਾਰਾ ਠੀਕ ਚੱਲਣ ਲੱਗ ਪਿਆ ਸੀ। ਹੁਣ ਕੀ ਹੋ ਗਿਆ ਕਿ ਜੋ ਪ੍ਰੋਡਕਸ਼ਨ ਪੰਜਾਬ ਦੇ ਲੋਕਾਂ ਨੇ ਕੀਤੀ ਸੀ, ਬਾਕੀ ਸੂਬਿਆਂ ਦੇ ਵਿੱਚ ਵੀ ਹੁਣ ਉਦਾਂ ਦੀ ਜਿਹੜੀ ਐਗਰੀਕਲਚਰ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਗਈ। ਪਿਛਲੇ 10 ਸਾਲਾਂ ਦੇ ਵਿੱਚ ਸਰਕਾਰਾਂ ਭਾਵੇਂ ਕੋਈ ਵੀ ਹੋਣ, ਭਾਰਤ ਦੇ ਵਿੱਚ ਇਦਾਂ ਦਾ ਦਬਾਅ ਬਣਨਾ ਸ਼ੁਰੂ ਹੋ ਗਿਆ ਕਿ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ, ਇਹ ਸਰਕਾਰ ਇਹਨੂੰ ਨਹੀਂ ਦੇ ਸਕੇਗੀ। ਪਿਛਲੇ ਕਈ ਸਾਲਾਂ ਤੋਂ ਭਾਵੇਂ ਸਰਕਾਰ ਅਕਾਲੀ ਦਲ ਦੀ ਸੀ ਜਾਂ ਬਾਅਦ ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਹੈ, ਸੈਂਟਰ ਦੀਆਂ ਇੱਥੋਂ ਦੇ CM ਨੂੰ ਮਿੰਨਤਾਂ ਕਰਨੀਆਂ ਪੈਂਦੀਆਂ ਸੀ ਕਿ ਕਣਕ ਦੀ ਜਾਂ ਝੋਨੇ ਦੀ ਖਰੀਦ ਕਰਨ ਦੇ ਲਈ ਪ੍ਰਬੰਧ ਕੀਤੇ ਜਾਣ। ਜਦੋਂ ਵੀ ਫਸਲ ਆਉਂਦੀ ਸੀ ਤਾਂ ਖਰੀਦ ਦਾ ਮਸਲਾ ਆਉਂਦਾ ਸੀ। ਤੇ ਇਸ ਗੱਲ ਤੋਂ, ਕਿਉਂਕਿ ਜਦੋਂ ਅਸੀਂ ਇੰਡੀਅਨ ਗਵਰਨਮੈਂਟ ਦੀ ਗੱਲ ਕਰਦੇ ਹਾਂ, ਪ੍ਰਾਈਵੇਟਾਈਜੇਸ਼ਨ ਵੱਲ ਨੂੰ ਵਧ ਰਹੀ ਹੈ ਤੇ ਜਿਹੜੀ ਲਾਇਬਿਲਿਟੀ ਹੈ ਉਹ ਭਾਵੇਂ ਐਜੂਕੇਸ਼ਨ ਦੀ ਹੈ ਜਾਂ ਹੈਲਥ ਦੀ ਹੈ ਜਾਂ ਫਿਰ ਕਿਸਾਨਾਂ ਦੇ ਨਾਲ ਜੁੜੀ ਹੋਈ, ਇਹਦੇ ਤੋਂ ਸਰਕਾਰ ਆਪਣਾ ਪੱਲਾ ਛਡਾਉਣ ਦਾ ਯਤਨ ਕਰਦੀ ਹੈ। ਜਦੋਂ ਤੁਸੀਂ ਕਿਹਾ ਕਿ ਹੁਣ ਇਹਦਾ ਕੀ ਅਸਰ ਹੋਏਗਾ, ਤੁਸੀਂ ਜਾਣਦੇ ਹੋ ਕਿ ਕਰੋਨਾ ਵਾਇਰਸ ਕਰਕੇ, COVID-19 ਕਰਕੇ ਸਾਰੀ ਦੁਨੀਆ ਦੇ ਵਿੱਚ ਇੱਕ ਖਾਸ ਕਿਸਮ ਦਾ ਡਰ ਵਾਲਾ ਮਾਹੌਲ ਪੈਦਾ ਹੋਇਆ। ਇਦਾਂ ਦੀ ਸਿਚੁਏਸ਼ਨ ਦੇ ਵਿੱਚ
ਇੰਡੀਅਨ ਗਵਰਨਮੈਂਟ ਨੇ ਪਹਿਲਾਂ ਆਰਡੀਨੈਂਸ ਜਾਰੀ ਕੀਤੇ, ਬਾਅਦ ਦੇ ਵਿੱਚ ਪਾਰਲੀਮੈਂਟ ਦਾ ਜਿਹੜਾ ਲੋਕ ਸਭਾ ਦੇ ਵਿੱਚ ਇਹ 3 ਬਿੱਲ ਲੈ ਕੇ ਗਏ ਨੇ। ਪਹਿਲਾ ਸ਼ੱਕ ਤਾਂ ਸਾਨੂੰ ਇਸ ਗੱਲ ਤੇ ਹੋ ਜਾਂਦਾ ਹੈ ਕਿ ਜਦੋਂ ਦੁਨੀਆ ਜਾਂ ਪੰਜਾਬ ਕੀ ਪੂਰਾ ਭਾਰਤ ਇੱਕ ਸੰਕਟ ਦੇ ਵਿੱਚ ਜਿਉ ਰਿਹਾ ਹੈ, ਉਸ ਸਮੇਂ ਇਦਾਂ ਦਾ ਬਿੱਲ ਲੈ ਕੇ ਆਉਣ ਦੇ ਪਿੱਛੇ ਮਤਲਬ ਜਿਹੜੀ ਨੀਤੀ ਹੈ ਉਹ ਸਹੀ ਨਹੀਂ ਹੈ। ਜੇਕਰ ਤੁਸੀਂ ਸਟੱਡੀ ਦੀ ਗੱਲ ਕਰੋ, ਇਸ ਤੋਂ ਪਹਿਲਾਂ ਸਰਕਾਰ ਨੇ ਜਿਹੜਾ ਨੀਤੀ ਆਯੋਗ ਹੈ ਇਹਦੇ ਤਹਿਤ ਵੀ 2016 ਦੇ ਵਿੱਚ MSP ਦੇ ਉੱਤੇ ਪ੍ਰੋਜੈਕਟ ਦੇ ਕੇ ਇਹਦੀ ਸਟੱਡੀ ਕਰਾਈ ਗਈ। ਕਹਿਣ ਦਾ ਮਤਲਬ ਕਿ ਜਿਹੜੀ ਭਾਰਤ ਦੀ ਸਰਕਾਰ, ਕੱਲ ਸ੍ਰੀ ਨਰਿੰਦਰ ਮੋਦੀ ਜੀ ਵੀ ਇੱਕ ਟੀਵੀ ਚੈਨਲ ਉੱਤੇ ਬੋਲ ਰਹੇ ਸੀ ਕਿ ਸਰਕਾਰ MSP ਨੂੰ ਖਤਮ ਨਹੀਂ ਕਰੇਗੀ, ਪਰੰਤੂ ਜਦੋਂ ਅਸੀਂ ਇਹਨਾਂ ਬਿੱਲਾਂ ਦੇ ਵਿੱਚ ਪ੍ਰੋਵੀਜ਼ਨ ਦੇਖਦੇ ਹਾਂ, ਪਹਿਲੀ ਜਿਹੜੀ ਪ੍ਰੋਵੀਜ਼ਨ ਹੈ ਮਾਰਕੀਟਿੰਗ ਦੀ, ਮੰਡੀ ਤੋਂ ਇਹ ਕਰ ਦਿੱਤਾ ਵੀ ਜਿਹੜੇ ਕੰਟਰੈਕਟਰ ਨੇ ਉਹ ਸਿੱਧੀ ਖਰੀਦ ਕਰ ਸਕਣਗੇ, ਕਿਸਾਨ ਦੀ ਉਹਨੂੰ ਮੰਡੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੋਏਗੀ। ਜੇ ਮੰਡੀ ਦੇ ਵਿੱਚ ਨਹੀਂ ਜਾਏਗੀ ਫਸਲ ਤਾਂ ਫਿਰ ਇਹਦੇ ਨਾਲ ਕੀ ਹੋਊਗਾ, ਜਿਹੜਾ ਸਾਡਾ ਪੁਰਾਣਾ ਸਰਕਾਰ ਦਾ ਬਣਾਇਆ ਹੋਇਆ ਸਿਸਟਮ ਹੈ ਕਮਿਸ਼ਨ ਏਜੰਟ, ਜਿਨ੍ਹਾਂ ਨੂੰ ਅਸੀਂ ਆੜਤੀ ਕਹਿੰਦੇ ਆ, ਸਰਕਾਰ ਨੇ ਇਸ ਗੱਲ ਤੇ ਜ਼ੋਰ ਪਾਇਆ ਕਿ ਵਿਚੋਲੀਏ ਖਤਮ ਹੋਣਗੇ। ਵਿਚੋਲੀਏ ਇਕੱਲੇ ਆੜਤੀਏ ਨਹੀਂ ਹੈ, ਜਿਹੜੀ ਆੜਤ ਹੈ ਉਹ ਸਰਕਾਰ ਨੇ ਆਪਣਾ ਸਿਸਟਮ ਠੀਕ ਕਰਨ ਵਾਸਤੇ ਇੱਕ ਪਰਸੈਂਟੇਜ ਦੇ ਉੱਤੇ ਉਹਨਾਂ ਨੂੰ ਕਮਿਸ਼ਨ ਏਜੰਟ ਨੂੰ ਰੱਖਿਆ ਹੋਇਆ ਸੀ। ਪਰੰਤੂ ਜਿਹੜਾ ਹੁਣ ਕੰਮ ਆਏਗਾ ਕਿ ਇੱਕ ਡਾਇਰੈਕਟ ਪਰਚੇਜ, ਸਰਕਾਰ ਨੇ ਜੋ ਪ੍ਰੋਪੇਗੈਂਡਾ ਕੀਤਾ, ਪ੍ਰੋਪੇਗੈਂਡਾ ਇਹ ਕੀਤਾ ਕਿ ਜਿਹੜਾ ਕਿਸਾਨ ਹੈ ਆਪਣੀ ਫਸਲ ਇੰਡੀਆ 'ਚ ਜਿੱਥੇ ਚਾਹੇ ਵੇਚ ਸਕਦਾ ਹੈ, ਪਰੰਤੂ ਜਿਹੜੀ ਚੀਜ਼ ਨੂੰ ਕੋਈ ਖਰੀਦਣ ਵਾਲਾ ਨਹੀਂ, ਜੇ ਗਾਹਕ ਹੀ ਨਹੀਂ ਹੋਣਗੇ ਤਾਂ ਫਿਰ ਵੇਚਣ ਦਾ ਕੀ ਫਾਇਦਾ। ਦੁਨੀਆ ਭਰ ਦੇ ਜਿੰਨੇ ਵੀ ਅਰਥ ਸ਼ਾਸਤਰੀ ਨੇ ਉਹਨਾਂ ਦੀ ਸਟੱਡੀ ਇਹ ਦੱਸਦੀਆਂ ਨੇ ਕਿ ਜਦੋਂ ਤੁਸੀਂ ਇੰਡਸਟਰੀ ਦੇ ਕੰਪੈਰੀਜ਼ਨ 'ਚ ਸਟੱਡੀ ਕਰੋਗੇ ਤਾਂ ਐਗਰੀਕਲਚਰ ਇੱਕ ਘਾਟੇ ਵਾਲਾ ਸੌਦਾ ਹੈ। ਕਿਉਂ ਘਾਟੇ ਵਾਲਾ ਸੌਦਾ ਹੈ? ਇਹਦਾ ਪ੍ਰਮੁੱਖ ਕਾਰਨ ਇਹ ਹੈ, ਖਾਸ ਕਰਕੇ ਇੰਡੀਆ ਦੇ ਵਿੱਚ, ਕਿ ਇੱਕੋ ਇੱਕ ਕਿਸਾਨ ਹੈ, ਜਦੋਂ ਉਹ ਚੀਜ਼ ਖਰੀਦਦਾ ਹੈ ਉਦੋਂ ਉਹਦੇ ਚੀਜ਼ ਦੀ ਜਿਹੜੀ ਕੀਮਤ ਹੈ ਇੰਡਸਟਰੀ ਵੱਲੋਂ ਤੈਅ ਕੀਤੀ ਜਾਂਦੀ ਹੈ, ਤੇ ਜਦੋਂ ਉਹਨੇ ਚੀਜ਼ ਵੇਚਣੀ ਹੈ ਤਦ ਵੀ ਇੰਡਸਟਰੀ ਵੱਲੋਂ ਉਹਦੀ ਚੀਜ਼। ਕਹਿਣ ਦਾ ਮਤਲਬ ਜਿੱਦਾਂ ਸਾਡੇ ਫਾਰਮਰ ਆਮ ਗੱਲ ਕਰਦੇ ਹੁੰਦੇ ਆ ਕਿ ਕਿਸਾਨ ਦੇ ਕੋਲ ਜਿਹੜਾ ਕੰਡਾ ਹੈ, ਜਦੋਂ ਸਮਾਨ ਬੀਜ ਖਰੀਦਣ ਜਾਂਦਾ ਹੈ ਉਦੋਂ ਵਪਾਰੀ ਦੇ ਕੋਲ ਹੈ, ਜਦੋਂ ਫਸਲ ਵੇਚਣ ਜਾਂਦਾ ਹੈ ਫਿਰ ਵੀ ਵਪਾਰੀ ਦੇ ਕੋਲ ਹੈ। ਪਿਛਲੇ ਲੰਮੇ ਸਮੇਂ ਤੋਂ ਕਿ ਜਿਹੜਾ ਇੱਥੇ MSP ਦੇ ਉੱਤੇ ਤੇ ਆਲਰੇਡੀ ਜੇ ਆਪਾਂ ਕਹੀਏ ਕਿ ਰੌਲਾ ਹੈਗਾ ਕਿ MSP ਦਾ ਜਿਹੜਾ ਪ੍ਰਾਈਸ ਘੱਟ ਹੁੰਦਾ, ਤੇ ਮਾੜਾ ਜਿਹਾ ਇੱਥੇ ਇਹ ਗੱਲ ਤੇ ਕਲੀਅਰ ਕਰੋ ਕਿ ਕੀ, ਕਿਉਂਕਿ ਨਰਿੰਦਰ ਮੋਦੀ ਹੋਣਾ ਨੇ ਕਿਹਾ ਕਿ MSP ਖਤਮ ਨਹੀਂ ਹੋ ਰਹੀ, ਤੇ ਪਰ ਜਦੋਂ ਆਪਾਂ ਖਾਸ ਕਰਕੇ ਜਿਹੜਾ ਕਾਫੀ ਸਾਰੀ ਡਿਸਕਸ਼ਨਸ ਦੇਖੀਆਂ ਉਹਦੇ ਵਿੱਚ ਇਹ ਆ ਰਿਹਾ ਕਿ MSP ਖਤਮ ਹੋ ਰਹੀ ਹੈ, ਤੇ ਥੋੜਾ ਜਿਹਾ ਇੱਥੇ ਜਿੱਦਾਂ ਕਲੀਅਰ ਕਰੋ ਕਿ ਕੀ MSP ਖਤਮ ਹੋਵੇਗੀ ਜਾਂ ਨਹੀਂ ਹੋਵੇਗੀ, ਜਾਂ ਦਾ ਕੀ ਇਫੈਕਟ ਕੀ ਪਵੇਗਾ। ਦੇਖੋ ਜੀ, ਜਦੋਂ ਆਪਾਂ ਇੱਕ ਸਿਸਟਮ ਨੂੰ ਇਰੈਲੇਵੈਂਟ ਕਰ ਦਵਾਂਗੇ, ਜਿੱਦਾਂ ਸਾਡਾ ਮੰਡੀ ਵਾਲਾ ਸਿਸਟਮ ਹੈ, ਮੰਡੀਆਂ ਤੋਂ ਅਸੀਂ ਡਾਇਰੈਕਟ ਪਰਚੇਜ ਵਾਲਾ ਕੰਮ ਕਰ ਲਿਆ, ਕੰਟਰੈਕਟ ਜਿਹੜੀ ਫਾਰਮਿੰਗ ਦਾ ਜਿਹੜਾ ਸੈਕੰਡ ਵਾਲਾ ਬਿੱਲ ਹੈ, ਇਹਦੇ ਤਹਿਤ ਤੇ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਕੰਪਨੀਆਂ ਨੇ ਖਰੀਦ ਲਈਆਂ ਤਾਂ ਇਹ ਵੀ ਹੋ ਸਕਦਾ ਕਿ ਸ਼ੁਰੂ ਦੇ ਵਿੱਚ ਜਿਹੜਾ ਖਾਸ ਕਰਕੇ ਅਰਥ ਸ਼ਾਸਤਰੀ ਕਹਿੰਦੇ ਆ ਕਿ ਵੱਡੀਆਂ ਕੰਪਨੀਆਂ ਕੁਝ ਸਮੇਂ ਦੇ ਲਈ ਕੋਈ ਵੀ ਚੀਜ਼ ਪ੍ਰੋਡਿਊਸ ਨਾ ਕਰਨ, ਜ਼ਮੀਨ ਖਰੀਦ ਕੇ ਰੱਖ ਸਕਦੀਆਂ ਨੇ ਜਾਂ ਆਪਣੀ ਮਰਜ਼ੀ ਦੀ। ਫਿਰ ਕਹਿਣ ਦਾ ਮਤਲਬ ਜਿਹੜਾ ਸਾਡਾ ਕ੍ਰੌਪ ਪੈਟਰਨ ਹੈ, ਜਿਨ੍ਹਾਂ ਫਸਲਾਂ ਦੇ ਉੱਤੇ MSP ਲਾਗੂ ਹੈ, ਉਹਨਾਂ ਦੀ ਜਦੋਂ ਪ੍ਰੋਡਕਸ਼ਨ ਹੀ ਨਹੀਂ ਹੋਏਗੀ, ਕੁਝ ਸਮੇਂ ਬਾਅਦ ਆਪਣੇ ਆਪ ਹੀ ਇਰੈਲੇਵੈਂਟ ਹੋ ਜਾਣਗੀਆਂ। ਸਾਡੇ ਕੋਲ ਐਗਜ਼ਾਮਪਲ ਨੇ, ਜਿਹੜੀਆਂ ਫਸਲਾਂ MSP ਦੇ ਅੰਡਰ ਨਹੀਂ ਆਉਂਦੀਆਂ ਉਹ ਹੌਲੀ ਹੌਲੀ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਬੀਜਣਾ ਬੰਦ ਕਰ ਦਿੱਤਾ। ਜਿੱਦਾਂ ਅਸੀਂ ਨਰਮੇ ਦੀ ਗੱਲ ਕਰਦੇ ਹਾਂ, ਕਪਾਹ ਦੀ ਗੱਲ ਕਰਦੇ ਹਾਂ, ਕਦੇ ਸਹੀ ਰੇਟ ਨਹੀਂ ਮਿਲਿਆ। ਆ ਤਾਜ਼ਾ ਖਬਰ ਹੈ ਕਿ ਮੱਕੀ ਦੀ ਜਿਹੜੀ ਪਰਚੇਜ ਨਾ ਹੋਣ ਕਰਕੇ ਮਾਰਕੀਟ 'ਚ ਕੀਮਤ ਘੱਟ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਨੇ ਐਗਰੀਕਲਚਰ ਦੀ ਜਿਹੜੀ ਬਿੱਲਾਂ ਦੇ ਵਿੱਚ ਅਮੈਂਡਮੈਂਟ ਕਰਕੇ ਨੀਤੀਆਂ ਇਦਾਂ ਦੀਆਂ ਬਣਾ ਦੇਣੀਆਂ ਨੇ ਕਿ ਲੋਕਾਂ ਦਾ ਜਿਹੜਾ ਕਣਕ ਤੇ ਝੋਨਾ ਜਦੋਂ ਕੰਟਰੈਕਟ ਫਾਰਮ ਦੇ ਵਿੱਚ ਆ ਜਾਊਗਾ ਤਾਂ ਉਹਨਾਂ ਕੰਪਨੀਆਂ ਨੇ ਬੀਜਣਾ ਹੀ ਨਹੀਂ ਹੈ। ਇੱਕ ਹਿਡਨ ਏਜੰਡੇ ਦੇ ਤੌਰ ਤੇ ਸਾਰਾ ਕੁਝ ਹੋਏਗਾ। ਜਿਹੜੀ ਸਾਡੀ ਚਿੰਤਾ ਇਹ ਹੈ ਕਿ ਸਾਡੀ ਪਬਲਿਕ ਦਾ ਟੈਕਸ ਮਨੀ ਲਗਾ ਕੇ ਅਸੀਂ ਪਹਿਲਾਂ ਮੰਡੀਆਂ ਦੇ ਫੜ ਤਿਆਰ ਕੀਤੇ ਗਏ, ਹੁਣ ਉਹ ਮੰਡੀਆਂ ਨੂੰ ਅਸੀਂ ਇੱਕ ਤਰੀਕੇ ਦੇ ਨਾਲ ਇਰੈਲੇਵੈਂਟ ਕਰ ਦੇਵਾਂਗੇ, ਬਾਅਦ ਦੇ ਵਿੱਚ ਜਦੋਂ ਫੇਰ ਲੋੜ ਪਏਗੀ ਉਹਨਾਂ ਮੰਡੀਆਂ ਨੂੰ ਫੇਰ ਬਣਾਵਾਂਗੇ। ਕਹਿਣ ਦਾ ਮਤਲਬ ਵੀ ਇਹਦੇ ਨਾਲ ਸਾਡੀ ਇੱਕ ਪਬਲਿਕ ਮਨੀ ਦੀ ਵੀ ਵੇਸਟੇਜ ਹੋਏਗੀ।
ਸੋ ਇੱਥੇ ਇੱਕ ਸਵਾਲ ਜਿਹੜਾ ਹੋਰ ਆ ਰਿਹਾ ਕਿ ਮੰਡੀਆਂ ਤੋਂ ਜੋ ਸਰਕਾਰ ਵਾਲਾ ਪੱਖ ਹੈਗਾ ਜਾਂ ਆਪਾਂ ਉਧਰਲੇ ਪੱਖ ਦੀ ਗੱਲ ਕਰੀਏ, ਉਹ ਕਹਿ ਰਹੇ ਨੇ ਕਿ ਮੰਡੀਆਂ ਤੋਂ ਕਾਫੀ ਸਾਰੀ ਪਰਸੈਂਟੇਜ ਜਿਹੜੀ ਬਾਹਰ ਆਲਰੇਡੀ ਜਿਹੜਾ ਵਿਕਦਾ ਸੀਗਾ, ਤੇ ਉਹ ਕਹਿੰਦੇ ਕਿ ਅਸੀਂ ਉਹਨੂੰ ਲੀਗਲਾਈਜ਼ ਕੀਤਾ। ਜੋ ਉਹਨਾਂ ਦਾ ਕਹਿਣਾ ਹੈਗਾ ਕਿ ਤਕਰੀਬਨ ਉਹ ਕਹਿੰਦੇ ਕਿ 40% ਤੱਕ ਜਿਹੜਾ ਹੈਗਾ ਉਹ ਮੰਡੀਆਂ ਦੇ ਵਿੱਚ ਸਮਾਨ ਨਹੀਂ ਸੀ ਵਿਕਦਾ। ਇਸ ਦੇ ਵਿੱਚ, ਇਸ ਤੱਥ ਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਹੈ? ਦੇਖੋ ਜੀ, ਕਣਕ ਤੇ ਝੋਨਾ ਕਦੇ ਵੀ ਜੋ MSP ਤੋਂ ਵੱਧ ਕੇ ਕਦੇ ਕਿਸੇ ਨੇ ਖਰੀਦਿਆ ਨਹੀਂ ਹੈ। ਮੈਂ ਖੁਦ ਕਿਸਾਨ ਦਾ ਮੁੰਡਾ, ਕਈ ਵਾਰੀ ਇਦਾਂ ਦੀ ਗੱਲ ਹੁੰਦੀ ਹੈ ਕਿ ਜਿਹੜੀ ਬਾਸਮਤੀ ਦਾ ਰੇਟ ਵੱਧ ਮਿਲਦਾ ਹੈ, ਪਰੰਤੂ ਕਿਸੇ ਸਾਲ 150 ਵੱਧ ਮਿਲ ਗਿਆ, ਅਗਲੇ ਸਾਲ ਬਿਲਕੁਲ ਘੱਟ ਮਿਲ ਜਾਂਦਾ ਹੈ। ਕਹਿਣ ਦਾ ਮਤਲਬ ਵੀ ਜਦੋਂ ਸਾਰਾ ਕੁਝ ਟਰੇਡਰ ਦੇ ਹੱਥ ਵਿੱਚ ਆ ਜਾਏਗਾ, ਵਪਾਰੀ ਨੇ ਤਾਂ ਆਪਣੇ ਹਿਸਾਬ ਦੇ ਨਾਲ ਕੰਟਰੋਲ ਕਰਨਾ ਹੈ। ਹੁਣ ਕੀ ਹੈ, ਜਦੋਂ ਅਸੀਂ MSP ਦੀ ਗੱਲ ਕਰਦੇ ਹਾਂ ਕਿ ਕਿਸਾਨ ਨੂੰ, ਭਾਵੇਂ ਲੰਮੇ ਸਮੇਂ ਤੋਂ ਕਿਸਾਨ ਯੂਨੀਅਨ ਨੇ ਮੰਗ ਕਰਦੀਆਂ ਨੇ ਕਿ ਸਾਡੀਆਂ ਕੀਮਤਾਂ ਨੇ ਜਿਹੜੀਆਂ ਉਹ ਸੂਚਕਾਂਕ ਦੇ ਨਾਲ ਜੋੜੀਆਂ ਜਾਣ, ਪਰੰਤੂ ਫਿਰ ਵੀ ਇਹਦਾ ਨਾ ਹੀ ਮਿਨੀਮਮ ਹੈ। ਘੱਟੋ ਘੱਟ ਜਿਹੜੀ ਸਪੋਰਟ ਪ੍ਰਾਈਸ, ਕਿਸਾਨ ਨੂੰ ਇੰਨਾ ਕੁ ਤਾਂ ਵਿਸ਼ਵਾਸ ਰਹਿੰਦਾ ਸੀਗਾ ਕਿ ਮੈਨੂੰ ਜੇ ਕੁਝ ਵੀ ਨਾ ਮਿਲਿਆ ਤਾਂ ਇੰਨਾ ਮੁੱਲ ਤਾਂ ਮੈਨੂੰ ਮਿਲ ਹੀ ਜਾਏਗਾ। ਸੋ ਇੱਕ ਤਰ੍ਹਾਂ ਦੀ ਇੱਕ ਆਪਾਂ ਕਹਿੰਦੇ ਵੀ ਸਿਕਿਉਰਿਟੀ ਦੇ ਤੌਰ ਤੇ ਕੰਮ ਹੁੰਦਾ ਸੀਗਾ, ਤੇ ਹੁਣ ਇਹ ਖਤਮ ਹੋ ਜਾਏਗੀ। ਤੇ ਬਿੱਲ ਦੇ ਵਿੱਚ ਡਾਇਰੈਕਟਲੀ ਨਹੀਂ, ਕਿਸਾਨ ਜਿਹੜਾ ਇਹਦਾ ਪ੍ਰਾਈਸ ਵਧਾ ਨਹੀਂ ਸਕਦਾ ਜਾਂ ਕਿੱਦਾਂ? ਕਿਉਂਕਿ ਪ੍ਰਚਾਰ ਤੇ ਇਹੀ ਹੋ ਰਿਹਾ ਹੈ ਕਿ ਕਿਸਾਨ ਜਿਹੜਾ ਉਹਦੀਆਂ ਜਿਹੜੀਆਂ, ਅਸੀਂ ਕਹਿ ਲਓ ਕਿ ਉਹਨਾਂ ਨੇ ਕਿਹਾ ਕਿ ਅਸੀਂ ਉਹਦੀਆਂ ਖੋਲਤੀਆਂ ਹੈਗੀਆਂ, ਉਹਦੇ 'ਚ ਕੋਈ ਕੜੀਆਂ ਨਹੀਂ ਹੈਗੀਆਂ, ਉਹ ਆਪਣੇ ਭਾਅ ਤੈਅ ਕਰਕੇ ਆਪ ਹੀ ਵੇਚੇਗਾ। ਇਹਦੇ ਬਾਰੇ ਥੋੜਾ ਜਿਹਾ ਦੱਸੋ, ਕਿੰਨਾ ਕਿ ਇਹਦੇ 'ਚ ਗਰਾਊਂਡ ਤੇ ਕਿੰਨੀ ਸੱਚਾਈ ਹੈਗੀ ਹੈ? ਵੀਰ ਜੀ, ਜਦੋਂ ਆਪਾਂ ਗਰਾਊਂਡ ਰਿਐਲਿਟੀ ਦੀ ਗੱਲ ਕਰਾਂਗੇ, ਜਿਹੜਾ ਰਾ ਮਟੀਰੀਅਲ ਹੈ ਦੁਨੀਆ 'ਚ ਤੁਸੀਂ ਕਿਤੇ ਵੀ ਚੱਲ ਜਾਓ, ਉਹ ਪ੍ਰੋਸੈਸਿੰਗ ਦੇ ਨਾਲ ਚੀਜ਼ਾਂ ਵੱਧਦੀਆਂ ਨੇ। ਕਿਸਾਨ ਦਾ ਜਿਹੜਾ ਆਲੂ ਦਾ ਰੇਟ ਤੁਸੀਂ ਦੇਖੋਗੇ ਤੇ ਉਹ ਪ੍ਰੋਸੈਸ ਹੋ ਕੇ ਜਦੋਂ ਉਹਨਾਂ ਦੇ ਚਿਪਸ ਬਣ ਜਾਂਦੇ ਨੇ ਜਾਂ ਲੇਜ਼ ਬਣ ਜਾਂਦੇ ਨੇ, ਤਾਂ ਉਦੋਂ ਦੀ ਪ੍ਰਾਈਸ ਕਿੰਨੀ ਜ਼ਿਆਦਾ ਹੈ। ਇਹਦੇ ਵਿੱਚ ਇੱਕ ਫੂਡ ਪ੍ਰੋਸੈਸਿੰਗ ਵਾਲਾ ਜਿਹੜਾ ਬੜਾ ਇੱਕ ਆਪਾਂ ਕਹੀ ਵੀ ਹਿਡਨ ਏਜੰਡਾ ਹੈ। ਕੰਪਨੀਆਂ ਨੇ ਕੰਟਰੈਕਟ ਦੇ ਤੌਰ ਤੇ ਕਿਸਾਨਾਂ ਦੀ ਜਿਹੜੀ ਰਾ ਮਟੀਰੀਅਲ ਖਰੀਦਣਾ ਤੇ ਉਹਨੂੰ ਫਿਰ ਮਹਿੰਗੇ ਭਾਅ ਦੇ ਉੱਤੇ ਵੇਚਣਾ, ਤੇ ਕਿਸਾਨ ਨੂੰ ਪਤਾ ਹੀ ਨਹੀਂ ਲੱਗਣਾ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਜਿੱਦਾਂ ਅਸੀਂ ਕਹਿਣ ਦੇ ਤੌਰ ਤੇ ਕਹਿੰਦਾ ਕਿ ਡਾਇਰੈਕਟ ਖਰੀਦ ਲੈਣਗੇ ਕਿਸਾਨ ਤੋਂ, ਇੱਕ ਵਾਰੀ ਇੱਕ ਚੀਜ਼ ਖਰੀਦ ਲਈ। ਪੰਜਾਬ ਦਾ ਤਜਰਬਾ, ਜਦੋਂ ਪੈਪਸੀ ਆਈ ਹੈ, ਕੰਟਰੈਕਟ ਹੋਇਆ ਪੈਪਸੀ ਦੇ ਨਾਲ ਲੋਕਾਂ ਦਾ ਆਲੂਆਂ ਦੇ ਲਈ ਤੇ ਮਿਰਚਾਂ ਦੇ ਲਈ। ਇੱਕ ਜਾਂ 2 ਸਾਲ ਪੈਪਸੀ ਨੇ ਠੀਕ ਭਾਅ ਦਿੱਤਾ, ਬਾਅਦ ਦੇ ਵਿੱਚ ਪੈਪਸੀ ਨੇ ਕਿਸਾਨਾਂ ਦੇ ਜਿਹੜੀ ਫਸਲ ਹੈ ਉਹ ਨਹੀਂ ਚੁੱਕੀ। ਇਹ ਪਟਿਆਲੇ ਦੇ ਲਾਗੇ ਚੰਨੂ ਏਰੀਏ ਦੇ ਵਿੱਚ ਉੱਥੋਂ ਦੇ ਕਿਸਾਨਾਂ ਤੋਂ ਕੋਈ ਵੀ ਬੰਦਾ ਇਸ ਗੱਲ ਦੀ ਜਿਹੜੀ ਜਾਣਕਾਰੀ ਲੈ ਸਕਦਾ। ਤੇ ਜਦੋਂ ਅਸੀਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਸੁਣ ਰਹੇ ਸੀ, ਜਾਂ ਖੇਤੀ ਜਿਹੜਾ ਸਾਡਾ ਮਿਨਿਸਟਰ ਹੈ ਉਹ ਪਾਰਲੀਮੈਂਟ ਦੇ ਵਿੱਚ, ਉਹਨਾਂ ਨੇ ਇਹਨਾਂ ਬਿੱਲਾਂ ਦੇ ਉੱਤੇ ਗੱਲ ਘੱਟ ਕੀਤੀ, ਜ਼ਿਆਦਾ ਉਹ ਗੱਲ ਕਰਦੇ ਰਹੇ ਵੀ ਅਸੀਂ ਕਿਸਾਨ ਨੂੰ ਇੰਨਾ ਪੈਸਾ ਦੇ ਰਹੇ ਹਾਂ। ਤੁਸੀਂ ਇਹ ਦੇਖੋ ਵੀ ਜਿਹੜੀ ਸਾਡੀ ਕਿਸਾਨਾਂ ਨੂੰ ਮਿਲਦੀ ਸਬਸਿਡੀ ਉਹ ਖਤਮ ਕਰ ਦਿੱਤੀ ਗਈ ਹੌਲੀ ਹੌਲੀ, ਤੇ ਹੁਣ ਕਹਿੰਦੇ ਵੀ ਡਾਇਰੈਕਟ ਖਾਤਿਆਂ ਦੇ ਵਿੱਚ ਪੈਸਾ ਜਾਏਗਾ। ਇਹ ਮੇਰਾ ਆਪਣਾ ਇੱਕ ਥੀਸਿਸ ਹੈ ਵੀ ਇਹ ਤਾਂ ਇੱਕ ਤਰ੍ਹਾਂ ਦਾ ਕਿਸਾਨਾਂ ਨੂੰ ਭਿਖਾਰੀ ਬਣਾਉਣ ਵਾਲਾ ਕੰਮ ਹੋਏਗਾ, ਤੇ ਕਿਸਾਨ ਸਰਕਾਰ ਵੱਲ ਦੇਖਦੇ ਰਹਿਣਗੇ ਕਿ ਸਾਨੂੰ ਡਾਇਰੈਕਟ ਪੈਸਾ ਕਦੋਂ ਆਏਗਾ, ਸਾਡੇ ਖਾਤੇ 'ਚ ਕਦੋਂ ਪੈਸਾ ਆਉਣਾ। ਸਾਨੂੰ ਘੱਟੋ ਘੱਟ ਇਦਾਂ ਦੀ ਪਾਲਿਸੀ ਚਾਹੀਦੀ ਸੀ। ਸਰਕਾਰ ਇੱਕ ਪ੍ਰੈਕਟਿਸ ਸ਼ੁਰੂ ਕਰਦੀ, ਉਸ ਪ੍ਰੈਕਟਿਸ ਦੇ ਵਿੱਚੋਂ ਕਿਸਾਨ ਦਾ ਕੋਈ ਯਕੀਨ ਵੱਜਦਾ। ਜਿੱਦਾਂ ਦੀ ਹੁਣ ਦੀ ਪ੍ਰੈਕਟਿਸ ਹੈ, ਕਿਸਾਨ ਦੇ ਵਿੱਚ ਇੱਕ ਬੇਵਿਸ਼ਵਾਸੀ ਪੈਦਾ ਹੋਈ ਹੈ, ਯਕੀਨ ਨਹੀਂ ਹੋ ਰਿਹਾ। ਜੇ ਆਪਾਂ ਐਗਜ਼ਾਮਪਲ ਲੈ ਲਈਏ, ਬਿਹਾਰ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ। ਬਿਹਾਰ ਸਰਕਾਰ ਨੇ, ਕੱਲ ਸਾਡੇ ਪ੍ਰਧਾਨ ਮੰਤਰੀ ਜੀ ਵੀ ਕਹਿ ਰਹੇ ਸੀ ਕਿ ਨਿਤੀਸ਼ ਕੁਮਾਰ ਜੀ ਨੇ ਸਭ ਤੋਂ ਪਹਿਲਾਂ ਉੱਥੇ ਮੰਡੀ ਸਿਸਟਮ ਖਤਮ ਕੀਤਾ, ਪਰੰਤੂ ਤੁਸੀਂ ਬਿਹਾਰ ਦੇ ਕਿਸਾਨਾਂ ਨਾਲ ਇੰਟਰਵਿਊ ਕਰਕੇ ਦੇਖੋ ਨਾ, ਕੱਲਾ ਕਹਿਣ ਦੇ ਨਾਲ ਨਹੀਂ ਹੋਏਗਾ। ਬਿਹਾਰ ਦੇ ਵਿੱਚ ਜਦੋਂ ਆ ਹੁਣ ਲੋਕਡਾਊਨ ਸ਼ੁਰੂ ਹੋਇਆ, ਕਿੰਨੇ ਬਿਹਾਰ ਦੇ ਜਿਹੜੇ ਲੋਕ ਵੱਖ-ਵੱਖ ਇਲਾਕਿਆਂ ਦੇ ਵਿੱਚ ਕੰਮ ਕਰਨ ਵਾਲੇ ਸੀ, ਵੱਖ-ਵੱਖ ਸਟੇਟਸ ਦੇ ਵਿੱਚੋਂ, ਕਿਸ ਤਰ੍ਹਾਂ ਉਹ ਆਪਣੇ ਸਟੇਟ ਵੱਲ ਨੂੰ ਗਏ। ਜੇ ਉਹਨਾਂ ਦਾ ਸਿਸਟਮ ਵਧੀਆ ਹੁੰਦਾ ਤਾਂ ਉਹਨਾਂ ਨੂੰ ਲੋੜ ਹੀ ਨਹੀਂ ਸੀ ਬਿਹਾਰੀ ਲੋਕਾਂ ਨੂੰ ਪੰਜਾਬ ਦੇ ਵਿੱਚ ਜਾਂ ਮੁੰਬਈ ਦੇ ਵਿੱਚ, ਦਿੱਲੀ ਦੇ ਵਿੱਚ ਕੰਮ ਕਰਨ ਦੀ। ਮਤਲਬ ਬਿਹਾਰ ਦਾ ਮਾਡਲ ਅਰਥ ਸ਼ਾਸਤਰੀ ਕਹਿੰਦੇ ਵੀ ਉੱਥੇ ਫੇਲਰ ਹੈ ਇਸੇ ਚੀਜ਼ ਨੂੰ, ਕਿਉਂਕਿ ਕਹਿਣ ਦੇ ਨਾਲ ਨਹੀਂ ਹੈ। ਜਿਹੜਾ ਮੰਡੀਆਂ ਖਤਮ ਕਰਨ ਦਾ ਮਾਡਲ ਤੁਸੀਂ ਕਹਿ ਰਹੇ ਹੋ ਕਿ ਬਿਹਾਰ ਦੇ ਵਿੱਚ ਫੇਲ ਹੋ ਚੁੱਕਾ ਹੈ, ਉਹ ਪੂਰੇ ਦੇਸ਼ ਦੇ ਵਿੱਚ ਸਫਲ ਕਿਵੇਂ ਹੋਵੇਗਾ? ਇਹ ਚੀਜ਼ ਜਿਹੜੀ ਹੈ ਕਿਤੇ ਨਾ ਕਿਤੇ ਕਲੀਅਰ ਨਹੀਂ ਹੋ ਰਹੀ ਕਿ ਦੇਸ਼ ਦੇ ਜੇ ਮੰਡੀਆਂ ਖਤਮ ਹੋ ਗਈਆਂ ਤੇ ਤੁਸੀਂ ਕਹਿ ਰਹੇ ਹੋ ਕਿ ਇੱਕ ਵੱਡੀ ਸਮੱਸਿਆ ਕਿਸਾਨੀ ਦੇ ਲਈ ਖੜੀ ਹੋਵੇਗੀ।
ਕਿਸਾਨੀ ਦੇ ਲਈ ਤਾਂ ਵੀਰ ਜੀ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਜਦੋਂ ਉਹਨਾਂ ਨੇ ਕੋਈ ਚੀਜ਼ ਪੈਦਾ ਕਰ ਲਈ, ਕਿਸੇ ਚੀਜ਼ ਦੀ ਜਦੋਂ ਓਵਰ ਪ੍ਰੋਡਕਸ਼ਨ ਹੋਏਗਾ, ਸਾਡੇ ਇੱਕ ਅਰਥ ਸ਼ਾਸਤਰੀ ਨੇ, ਇਕਨੋਮਿਕਸ ਡਿਪਾਰਟਮੈਂਟ ਦੇ ਹੈੱਡ ਡਾਕਟਰ ਲਖਵਿੰਦਰ ਸਿੰਘ ਗਿੱਲ, ਉਹਨਾਂ ਨਾਲ ਇਸ ਮਸਲੇ ਤੇ ਗੱਲ ਚੱਲਦੀ ਸੀ। ਗਿੱਲ ਸਰ ਦਾ ਇਹ ਕਹਿਣਾ ਸੀਗਾ ਕਿ ਜਦੋਂ ਵੀ ਕਿਸਾਨੀ ਦੇ ਵਿੱਚ ਖਾਸ ਕਰਕੇ ਕਿਸੇ ਫਸਲ ਦੀ ਪੈਦਾਵਾਰ ਵੱਧ ਹੁੰਦੀ ਹੈ, ਉਹ ਸਾਲ ਦੇ ਵਿੱਚ ਫਾਰਮਰ ਸੁਸਾਈਡ ਜ਼ਿਆਦਾ ਕਰਦੇ ਨੇ ਜੀ। ਕਹਿਣ ਦਾ ਮਤਲਬ ਇਹ ਵੀ ਜਦੋਂ ਕਿਸਾਨਾਂ ਦੀਆਂ ਫਸਲਾਂ ਨੂੰ ਕਿਸੇ ਨੇ ਨਾ ਖਰੀਦਿਆ ਤਾਂ ਫਿਰ ਕਿਸਾਨਾਂ ਦਾ ਕੀ ਬਣੇਗਾ। ਇਸ ਗੱਲ ਤੋਂ ਜਿਹੜਾ ਨਵਾਂ ਬਿੱਲ ਹੈ ਖਰੀਦ ਦੇ ਉੱਤੋਂ ਪੱਲਾ ਝਾੜ ਰਿਹਾ, ਕਿਉਂਕਿ ਸਰਕਾਰ ਦੀ ਲਾਇਬਿਲਿਟੀ ਨਹੀਂ ਰਹਿਣੀ। ਹੁਣ ਸਰਕਾਰ ਨੂੰ ਲੱਗਦਾ ਕਿ ਕਿਸਾਨ ਦੀਆਂ ਫਸਲਾਂ ਚੁੱਕਣੀਆਂ, ਖਾਸ ਕਰਕੇ ਕਣਕ ਅਤੇ ਝੋਨਾ, ਜਿਵੇਂ ਉਹਨਾਂ ਦੀ ਕੋਈ ਉਹ ਲਾਇਬਿਲਿਟੀ ਹੋਵੇ। ਐਕਚੁਅਲੀ ਇਹ ਲਾਇਬਿਲਿਟੀ ਨੂੰ ਖਤਮ ਕਰਨ ਦੇ ਲਈ ਇਹ ਤਿੰਨੇ ਜਿਹੜੇ ਬਿੱਲ ਨੇ ਇੰਡੀਅਨ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਗਏ ਨੇ। ਤੇ ਇੱਕ ਗੱਲ ਇਹਦੇ ਜਦੋਂ ਆਪਾਂ ਦੂਜੇ ਬਿੱਲ ਦੀ ਜਦੋਂ ਆ ਜਾਂਦੇ ਹੈਗੇ ਆ, ਮੰਡੀ ਵਾਲਾ, ਤੇ ਚਲੋ ਆਪਾਂ ਨੂੰ ਪਤਾ ਲੱਗ ਗਿਆ ਕਿ ਉਹਦੇ ਨਾਲ ਨੁਕਸਾਨ ਜਿਹੜੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਵੱਡੇ ਸਾਹਮਣੇ ਆਉਣਗੇ। ਤੇ ਮੰਡੀ ਵਾਲੇ ਤੇ ਇੱਕ ਸਵਾਲ ਹੋਰ ਹੈ ਕਿ ਕੀ ਸਟੇਟ ਸਰਕਾਰਾਂ ਹੈਗੀਆਂ, ਕੀ ਸਟੇਟ ਗਵਰਨਮੈਂਟ ਇਸ ਦੇ ਵਿੱਚ ਮੰਡੀਆਂ ਨੂੰ ਰੋਕ ਪਾਏਗੀ? ਕੀ ਇਸ ਤਰ੍ਹਾਂ ਦਾ ਹੋਵੇਗਾ ਕਿ ਉਹ ਆਪਣੇ ਲੈਵਲ ਤੇ ਮੰਡੀਆਂ ਨੂੰ ਤਾਂ ਹੀ ਚਲਾਈ ਜਾਵੇ, ਜਾਂ ਕਿਸ ਤਰ੍ਹਾਂ ਇਹ ਪੋਸੀਬਿਲਿਟੀ ਹੈ ਜਾਂ ਨਹੀਂ ਹੈ? ਵੀਰ ਜੀ, ਜਿਸ ਕਿਸਮ ਦੀਆਂ ਇੰਡੀਅਨ ਗਵਰਨਮੈਂਟ ਦੀਆਂ ਪਾਲਿਸੀਜ਼ ਆ ਰਹੀਆਂ ਨੇ, ਉਹਦੇ 'ਚ ਲੱਗਦਾ ਹੈ ਵੀ ਜਿਹੜੀ ਪਹਿਲਾਂ ਅਸੀਂ ਕਹਿੰਦੇ ਸੀ ਸਾਡੀ ਜਿਹੜੀ ਇੰਡੀਅਨ ਸਟੇਟ ਹੈ ਉਹ ਫੈਡਰਲ ਸਟੇਟ ਹੈ, ਇੱਥੇ ਫੈਡਰਲਿਜ਼ਮ ਨੂੰ ਅਸੀਂ ਇੱਕ ਤਰੀਕੇ ਦੇ ਨਾਲ ਇੱਕ ਯੂਨੀਅਨ ਸਟੇਟ ਦੇ ਵਿੱਚ ਕਨਵਰਟ ਕਰ ਰਹੇ ਹਾਂ। ਧਾਰਾ 370 ਖਤਮ ਕੀਤੀ ਗਈ। ਵੱਖ-ਵੱਖ ਸਟੇਟਸ ਦੀ ਜਿਹੜੀ ਇੱਕ ਤਰ੍ਹਾਂ ਦੀ, ਜਿਸ ਤਰ੍ਹਾਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਨਵੀਂ ਐਜੂਕੇਸ਼ਨ ਪਾਲਿਸੀ ਵੀ ਇਹ ਲਾਕਡਾਊਨ ਦੇ ਪੀਰੀਅਡ ਦੇ ਵਿੱਚ ਆਉਂਦੀ ਹੈ। ਜਿਹੜੀ ਸੈਂਟਰਲਾਈਜੇਸ਼ਨ ਹੈ ਉਹ ਦਿਨੋਂ ਦਿਨ ਵੱਧ ਰਹੀ ਹੈ। GST ਦੇ ਨਾਲ ਜਿਹੜਾ ਟੈਕਸ ਕਲੈਕਸ਼ਨ ਹੈ ਉਹ ਇੰਡੀਅਨ ਗਵਰਨਮੈਂਟ ਦੇ ਕੋਲ ਚਲਾ ਗਿਆ। ਸਟੇਟਸ ਗਵਰਨਮੈਂਟ ਵੱਲ ਦੇਖਦੀ ਰਹਿੰਦੀ ਹੈ ਕਿ GST ਦੀ ਕਿਸ਼ਤ ਸਾਡੇ ਕੋਲ ਆਏਗੀ। ਇਸ ਕਰਕੇ ਜਿਹੜੀ ਸਟੇਟਸ ਦੇ ਕੋਲ ਉਦਾਂ ਦੀ ਪਾਵਰ ਨਹੀਂ ਰਹਿਣੀ, ਕਿਉਂਕਿ ਸਾਰਾ ਕੁਝ ਸੈਂਟਰਲਾਈਜ਼ ਹੋ ਰਿਹਾ ਹੈ। ਤੇ ਜਿਹੜਾ ਆਪ ਜੀ ਦਾ ਸਟੇਟਾਂ ਦੇ ਕੋਲ, ਸਟੇਟਸ ਦੇ ਕੋਲ ਜਿਹੜੀ ਪਾਵਰ ਹੈਗੀ ਆ ਬਿਲਕੁਲ ਘਟ ਜਾਣੀ ਹੈਗੀ, ਕਿਉਂਕਿ GST ਵਾਲਾ ਦੇਖਿਆ ਆਪਾਂ ਹੁਣੇ ਕ੍ਰਾਈਸਿਸ, ਜਿਸ ਦੇ ਵਿੱਚ ਸਟੇਟਾਂ ਜਿਹੜੀਆਂ ਨੇ ਉਹ ਕਹਿ ਰਹੀਆਂ ਨੇ ਕਿ ਸਾਨੂੰ ਜਿਹੜੀ GST ਦੀ ਸਾਡੀ ਬਣਦੀ ਹੈਗੀ ਆ, ਜੋ ਸਾਡਾ ਟੈਕਸ ਬਣਦਾ ਸੀ ਉਹ ਸਾਨੂੰ ਦਿਓ, ਪਰ ਜਿਹੜੀ ਸੈਂਟਰ ਹੈਗੀ ਉਹਦੇ ਲਈ ਕਹਿ ਰਹੀ ਕਿ ਸਾਡੇ ਕੋਲ ਦੇਣ ਲਈ ਪੈਸੇ ਹੀ ਨਹੀਂ ਹੈਗੇ। ਉਹ ਆਪਣਾ ਜਿਹੜਾ ਖਜ਼ਾਨੇ ਆ ਖਾਲੀ ਜਿਹੜਾ ਉਹ ਦਿਖਾ ਰਹੇ ਨੇ, ਇੱਕ ਵੱਡਾ ਨੁਕਸਾਨ ਹੈਗਾ। ਤੇ ਜਦੋਂ ਆਪਾਂ ਦੂਸਰੇ ਬਿੱਲ ਤੇ ਆਈਏ, ਜਿਹਨੂੰ ਐਗਰੀਮੈਂਟ ਆਪਾਂ ਜੇ ਸਿੰਪਲ ਵਰਡਾਂ 'ਚ ਕਹਿ ਲਈਏ ਬਿੱਲ ਹੈਗਾ, ਉਸ ਦੇ ਵਿੱਚ ਕੀ ਆ ਤੇ ਉਹਦੇ ਕੀ ਫਾਇਦੇ ਤੇ ਕੀ ਨੁਕਸਾਨ ਹੈਗੇ ਆ? ਐਗਰੀਮੈਂਟ ਦੇ ਵਿੱਚ ਇਹ ਹੈ, ਮਤਲਬ ਸਪੋਜ਼ ਇਹਨਾਂ ਨੇ ਮਿਨੀਮਮ ਪਹਿਲਾਂ ਜ਼ਿਆਦਾ ਸੀ, ਹੁਣ 5 ਸਾਲ ਦੇ ਲਈ ਕੀਤਾ ਗਿਆ ਕਿ ਮੈਕਸਿਮਮ 5 ਈਅਰ ਦੇ ਲਈ ਤੁਹਾਡਾ ਫਾਰਮਰ ਦੇ ਨਾਲ ਕੰਟਰੈਕਟ ਹੋ ਜਾਏਗਾ। ਜਦੋਂ ਕਿਸੇ ਵੀ ਕੰਪਨੀ ਨੇ ਉਹਦੀ ਸਪੋਜ਼ ਜ਼ਮੀਨ ਖਰੀਦ ਲਈ ਤਾਂ 5 ਸਾਲਾਂ ਦੇ ਪੀਰੀਅਡ ਦੇ ਵਿੱਚ ਕਿਸਾਨ ਉਸੇ ਐਗਰੀਮੈਂਟ ਦੇ ਉੱਤੇ ਖੜੇਗਾ, ਭਾਵੇਂ ਫਸਲ ਬੀਜਣ ਦੇ ਲਈ ਹੋਵੇ ਜਾਂ ਕੰਪਨੀ ਨੂੰ ਦੇਣ ਦੇ ਲਈ। ਜੇਕਰ ਕੰਪਨੀ, ਜਿੱਦਾਂ ਪੁਰਾਣੇ ਕਾਨੂੰਨ ਦੇ ਵਿੱਚ ਕੀ ਸੀਗਾ, ਜੇਕਰ ਕੋਈ ਵੀ ਕਿਸਾਨ ਦੇ ਨਾਲ ਐਗਰੀਮੈਂਟ ਹੁੰਦਾ ਸੀ, ਜੇਕਰ ਕੋਈ ਕੰਪਨੀ ਕਿਸਾਨ ਨੂੰ ਧੋਖਾ ਦੇ ਕੇ ਜਾਂਦੀ ਤਾਂ ਕਿਸਾਨ ਕੋਰਟ ਦੇ ਵਿੱਚ ਜਾ ਸਕਦਾ ਸੀ। ਹੁਣ ਵਾਲੇ ਇਸ ਅਮੈਂਡਮੈਂਟ ਦੇ ਵਿੱਚ ਕੋਰਟ ਦੀ ਪ੍ਰੋਵੀਜ਼ਨ ਖਤਮ ਕਰ ਦਿੱਤੀ ਗਈ। ਹੁਣ ਇਹ ਕਰ ਦਿੱਤਾ ਕਿ ਕਿਸਾਨ ਤੇ ਕੰਪਨੀ ਆਪਸ ਦੇ ਵਿੱਚ ਪਹਿਲਾਂ ਗੱਲਬਾਤ ਕਰਨਗੇ, ਜੇ ਮਸਲਾ ਨਹੀਂ ਹੁੰਦਾ ਤਾਂ ਜਿਹੜਾ ਸਬ ਡਿਵੀਜ਼ਨਲ ਮੈਜਿਸਟ੍ਰੇਟ ਦੇ ਕੋਲੇ ਜਾ ਸਕਦੇ ਨੇ, SDM ਦੇ ਕੋਲ ਜਾ ਸਕਦੇ ਨੇ। ਕਹਿੰਦਾ ਮਤਲਬ ਵੀ ਕਿਸਾਨ ਦੇ ਹੱਥ ਘੱਟ ਹੈ। ਕੰਟਰੈਕਟ ਜਦੋਂ ਵੀ ਹੁੰਦੇ ਨੇ, ਜਿੱਦਾਂ ਕਿਸਾਨ, ਮੈਂ ਨਹੀਂ ਗੱਲ ਕਰਦਾ, ਜਦੋਂ ਕਿਸਾਨਾਂ ਦੇ ਨਾਲ ਅਸੀਂ ਇੰਟਰਵਿਊ ਕੀਤੀ, ਉਹ ਕਹਿੰਦੇ ਜਦੋਂ ਬੈਂਕ 'ਚ ਅਸੀਂ ਕਰਜ਼ਾ ਲੈਣ ਜਾਂਦੇ ਹਾਂ, ਇੱਕ ਬਹੁਤ ਲੰਮੀ ਲਿਸਟ ਹੁੰਦੀ ਹੈ ਜਿਹੜੀ ਅਸੀਂ ਪੂਰੀ ਤਰ੍ਹਾਂ ਪੜ੍ਹਦੇ ਨਹੀਂ, ਜਾਂ ਇੰਨੀ ਜ਼ਿਆਦਾ ਡਿਟੇਲ ਦੇ ਵਿੱਚ ਹੁੰਦਾ, ਉਦੋਂ ਹੀ ਪਤਾ ਲੱਗਦਾ ਜਦੋਂ ਬੈਂਕ ਵਾਲੇ ਸਾਡਾ ਸਮਾਨ ਕੁਰਕੀ ਕਰਨ ਆ ਜਾਂਦੇ ਨੇ। ਜਿਹੜੇ ਕੰਟਰੈਕਟ ਦੇ ਵਿੱਚ ਜੋ ਕੁਝ ਲਿਖਿਆ ਹੋਏਗਾ ਫਾਰਮਰ ਦੀ, ਕਿਉਂਕਿ ਲੀਗਲੀ ਅੱਜ ਤੱਕ ਜਿਹੜਾ ਫਾਰਮਰ ਹੈ ਸਾਡਾ ਇੰਨਾ ਅਵੇਅਰ ਨਹੀਂ ਹੋਇਆ, ਜੋ ਕੰਟਰੈਕਟ ਹੋਏਗਾ ਬਾਅਦ ਦੇ ਵਿੱਚ ਜਿਹੜੀ ਕੰਪਨੀ ਨੇ ਕੋਈ ਇਦਾਂ ਦੀ ਕਲੌਜ਼ ਪਾ ਲੈਣੀ ਹੈ ਤੇ ਕਿਸਾਨ ਉਹ ਕੰਟਰੈਕਟਰ ਦਾ ਕੁਝ ਨਹੀਂ ਕਰ ਸਕੇਗਾ। ਇੱਕ ਜਿਸ ਕਿਸਮ ਦੀ ਅੱਜ ਕੱਲ ਆਟੋਮੇਸ਼ਨ ਹੋ ਰਹੀ ਹੈ, ਆਟੋਮੇਸ਼ਨ ਦੇ ਨਾਲ ਕੀ ਹੋਇਆ ਕਿ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਕਿ ਤੁਹਾਡੀ ਜ਼ਮੀਨ ਦਾ ਜਿਹੜਾ ਕੰਟਰੈਕਟ ਕਿਹਦੇ ਨਾਲ ਹੋਇਆ, ਕਿਉਂਕਿ ਮੈਨੇਜਰ ਦੇ ਨਾਲ ਹੋਣਾ। ਹੁਣ ਜਦੋਂ
ਜਿਹੜਾ ਸਾਡਾ ਰਵਾਇਤੀ ਸਿਸਟਮ ਹੈ, ਜਦੋਂ ਅਸੀਂ ਜ਼ਮੀਨ ਕਿਸੇ ਨੂੰ ਠੇਕੇ ਤੇ ਦਿੰਦੇ ਆ, ਸਾਡੇ ਬਹੁਤ ਸਾਰੇ NRI ਵੀਰ ਵੀ ਦੇ ਕੇ ਜਾਂਦੇ ਆ, ਘੱਟੋ ਘੱਟ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਜ਼ਮੀਨ ਕਿਹਨੂੰ ਦਿੱਤੀ ਹੈ, ਤੇ ਉਹ ਉਹਨਾਂ ਦੀ ਆਓ ਭਗਤ ਚਾਹ ਪਾਣੀ ਵੀ ਪਿਲਾਉਂਦੇ ਨੇ। ਜਦੋਂ ਕੰਪਨੀ ਦਾ ਤੁਹਾਡੇ ਓਨਰ ਸਾਹਮਣੇ ਨਹੀਂ ਹੋਏਗਾ ਤਾਂ ਫਿਰ ਕਿਸਾਨ ਖੁਦ ਆਪਣੀ ਜ਼ਮੀਨ ਦੇ ਵਿੱਚ ਨਹੀਂ ਜਾ ਸਕੇਗਾ, ਉਹ ਦੇਖ ਨਹੀਂ ਸਕੇਗਾ, ਤੇ ਉਹਦੇ ਜ਼ਮੀਨ ਦੇ ਨਾਲ 5 ਸਾਲ ਕੰਪਨੀ ਨੇ ਕੀ ਕਰਨਾ ਹੈ। ਜਿੱਦਾਂ ਅਸੀਂ ਆਮ ਕਿਸਾਨਾਂ ਦੀ ਗੱਲ ਸੁਣਦੇ ਹੁੰਦੇ ਆ ਕਿ ਜ਼ਮੀਨ ਦੇ ਵਿੱਚ ਕੋਈ ਇਦਾਂ ਦਾ ਕੈਮੀਕਲ ਹੀ ਪਾ ਦਿੱਤਾ ਕੰਪਨੀ ਨੇ ਤਾਂ 5 ਸਾਲਾਂ ਦੇ ਵਿੱਚ ਬੇਕਾਰ ਹੋ ਗਈ, ਤਾਂ ਕੀ ਕਰ ਲੇਗਾ ਕੋਈ। ਸੋ ਕਹਿਣ ਦਾ ਮਤਲਬ ਜਿਹੜੇ ਐਗਰੀਮੈਂਟ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਹੋ ਸਕਦਾ ਕਿਸਾਨਾਂ ਨੂੰ ਕੰਪਨੀਆਂ ਕੋਈ ਜ਼ਿਆਦਾ ਪ੍ਰਾਈਸ ਦੇ ਉੱਤੇ ਠੇਕੇ ਦੇ ਉੱਤੇ ਲੈ ਲੈਣ, ਪਰੰਤੂ ਜਿਹੜੇ ਬੰਦੇ ਬੇਕਾਰ ਹੋ ਜਾਣਗੇ, ਜਿੱਦਾਂ ਮਤਲਬ ਅਸੀਂ ਇੱਕ ਅਨਐਮਪਲੋਇਮੈਂਟ ਦਾ ਮਸਲਾ ਸਾਡੇ ਸਾਹਮਣੇ ਆਏਗਾ। ਹੁਣ ਕੀ ਹੈ ਕਿ ਜਿਹੜੇ ਬੰਦੇ ਛੋਟੇ ਮੋਟੇ, ਕੋਈ ਬੰਦਾ ਨੌਕਰੀ ਕਰਦਾ ਨਾਲ ਆਪਣੀ ਜ਼ਮੀਨ ਨਾਲ ਦੇ ਬੰਦੇ ਨੂੰ ਦਿੱਤੀ, ਤਾਂ ਦੂਸਰਾ ਭਰਾ ਉਹਦਾ ਉਹ ਖੇਤੀ ਕਰ ਰਿਹਾ ਹੈ ਤੇ ਲੋਕਾਂ ਦਾ ਇਸ ਤਰ੍ਹਾਂ ਕੰਮ ਗੁਜ਼ਾਰਾ ਹੋ ਰਿਹਾ ਹੈ। ਕਿਉਂਕਿ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਪੰਜਾਬ ਦਾ ਕਿਸਾਨ ਇਸ ਕਰਕੇ ਸਰਵਾਈਵ ਕਰਦਾ ਹੈ ਕਿਉਂਕਿ ਪ੍ਰੋਡਕਸ਼ਨ ਜ਼ਿਆਦਾ ਕਰਨ ਲੱਗ ਗਿਆ, ਕੰਮ ਜ਼ਿਆਦਾ ਕਰਦਾ ਹੈ, ਮਿਹਨਤ ਵੱਧ ਕਰਦਾ ਹੈ। ਸੋ ਜਦੋਂ ਕੰਪਨੀਆਂ ਨੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਲੋਕਾਂ ਨੂੰ ਜਿਹੜੇ ਹੁਣ ਆਪਣਾ ਠੇਕੇ ਤੇ ਲੈ ਕੇ ਜ਼ਮੀਨ ਗੁਜ਼ਾਰਾ ਕਰਦੇ ਨੇ ਤਾਂ ਇਹਨਾਂ ਦਾ ਕੰਮ ਬੰਦ ਹੋ ਜਾਣਾ। ਇੱਕ ਨਾਲ ਦੀ ਨਾਲ ਜਿਹੜੀ ਹੁਣ ਟੈਕਨੋਲੋਜੀ ਦਾ ਇੱਕ ਨਵਾਂ ਪੈਟਰਨ ਲੈ ਕੇ ਆਉਣਗੇ ਜਿਹੜੇ ਕੰਪਨੀਆਂ ਨੇ, ਫਿਰ ਜਿੰਨੀਆਂ ਵੀ ਸਾਡੀਆਂ ਕੰਬਾਈਨਾਂ ਨੂੰ ਚਲਾਉਣ ਵਾਲੇ ਬੰਦੇ, ਟਰੈਕਟਰ ਮਕੈਨਿਕ, ਟਰੈਕਟਰਾਂ ਦੀਆਂ ਏਜੰਸੀਜ਼, ਉਹਨਾਂ 'ਚ ਕੰਮ ਕਰਦੇ ਬੰਦੇ, ਜਾਂ ਸਾਡਾ ਪੁਰਾਣਾ ਜਿਹੜਾ ਮੰਡੀ ਦਾ ਸਿਸਟਮ ਹੈ, ਜਿਸ ਤਰ੍ਹਾਂ ਦੁਕਾਨਦਾਰਾਂ ਤੋਂ ਲੈ ਕੇ ਆਉਂਦਾ ਸੀ, ਮਤਲਬ ਆਪਾਂ ਕਹ ਲਈਏ ਕਿ ਜਿਹੜੇ ਛੋਟੇ ਉਦਯੋਗ ਹੈਗੇ ਕਿਸਾਨੀ ਦੇ ਨਾਲ ਲੱਗੇ ਹੋਏ, ਉਹਨਾਂ ਤੇ ਵੀ ਜਿਹੜਾ ਇਹਦਾ ਇਫੈਕਟ ਪਵੇਗਾ। ਚਾਹੇ ਆਪਾਂ ਕਹੀਏ ਕਿ ਛੋਟੇ ਕੰਮ, ਖਾਸ ਕਰਕੇ ਟਰਾਲੀ, ਉਹਨਾਂ ਨੂੰ ਰਿਪੇਅਰ ਕਰਨ ਵਾਲੇ, ਬਾਕੀ ਦੇ ਜਿਹੜੇ ਛੋਟੇ ਮੋਟੇ ਸੰਦ ਬੰਦੇ ਨੇ, ਉਹ ਚੀਜ਼ਾਂ ਦੇ ਵੀ ਤੁਸੀਂ ਇਹ ਕਹਿ ਰਹੇ ਕਿ ਉਹਦੇ ਨਾਲ ਕਾਫੀ ਫਰਕ ਪਵੇਗਾ। ਈਵਨ ਵੀਰ ਜੀ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਉੱਪਰ ਵੀ ਫਰਕ ਪਏਗਾ, ਕਿਉਂਕਿ ਜਿਹੜੀ ਕੰਪਨੀ ਹੈ ਉਹਨੇ ਤਾਂ ਕੰਪਲੀਟ ਆਟੋਮੇਸ਼ਨ ਕਰਨੀ ਹੈ ਤੇ ਉਹਨਾਂ ਨੇ ਸਾਡੇ ਮਜ਼ਦੂਰ ਲੋਕ ਵਿਹਲੇ ਹੋ ਜਾਣਗੇ, ਛੋਟੇ ਕਿਸਾਨਾਂ ਦਾ ਵਿਹਲਾ ਹੋ ਜਾਣਾ ਕੰਮ ਹੈ, ਕਾਰੀਗਰ ਵਿਹਲੇ ਹੋ ਜਾਣੇ, ਤੇ ਇਹਨਾਂ ਲੋਕਾਂ ਦਾ ਬਣੇਗਾ ਕੀ? ਕਿਉਂਕਿ ਗਵਰਨਮੈਂਟ ਕੋਲ ਇਦਾਂ ਦੀ ਪਾਲਿਸੀ ਨਹੀਂ ਕਿ ਐਮਪਲੋਇਮੈਂਟ ਜਨਰੇਸ਼ਨ ਦਾ, ਅੱਜ ਤੱਕ ਜਿਹੜੀ ਅਨਐਮਪਲੋਇਮੈਂਟ ਹੈ ਲੋਕਾਂ ਦਾ, ਜਦੋਂ ਕੈਰੀਅਰ ਜਿਹੜਾ ਫਿਊਚਰ ਹੈ ਉਹ ਸੇਫ ਨਹੀਂ ਹੈ। ਇਸੇ ਕਰਕੇ ਤਾਂ ਪੰਜਾਬ ਦੇ ਨੌਜਵਾਨ ਵੱਖ-ਵੱਖ ਮੁਲਕਾਂ ਨੂੰ ਜਾਣ ਦੇ ਲਈ ਕਾਹਲੇ ਪਏ ਹੋਏ ਨੇ। ਜਿਹਨੂੰ ਮੌਕਾ ਮਿਲਦਾ ਹੈ ਉਹ ਕਹਿੰਦਾ ਵੀ ਮੈਂ ਪੰਜਾਬ ਤੋਂ ਬਾਹਰ ਚਲਾ ਜਾਵਾਂ, ਕਿਉਂਕਿ ਇੱਥੇ ਨੌਜਵਾਨਾਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਫਿਊਚਰ ਹੈ ਇੱਥੇ ਸੇਫ ਨਹੀਂ ਹੈ। ਸਾਡੀਆਂ ਪਾਲਿਸੀਜ਼ ਦੇ ਨਾਲ, ਖਾਸ ਕਰਕੇ ਜਿਹੜੀ ਸਾਡੀ ਜੀਵਨ ਹੈ ਉਹ ਕਿਸਾਨੀ ਦੇ ਉੱਤੇ ਨਿਰਭਰ ਹੈ। ਜੇ ਕਿਸਾਨੀ ਹੀ ਖਤਮ ਹੋ ਗਈ ਤਾਂ ਇੱਥੋਂ ਦਾ ਵਪਾਰ, ਇੱਥੋਂ ਦੇ ਧੰਦੇ, ਇੱਥੋਂ ਦੇ ਮਜ਼ਦੂਰਾਂ ਦਾ, ਜਿੱਦਾਂ ਇੱਕ ਐਗਜ਼ਾਮਪਲ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਖੇਤ ਮਜ਼ਦੂਰਾਂ ਦੀ ਆਪਾਂ ਗੱਲ ਕਰੀਏ ਕਿ ਅੱਜ ਕੱਲ੍ਹ ਜਿਹੜਾ ਹੁਣ ਦਾ ਸਾਡਾ ਸਿਸਟਮ ਹੈ, ਜਿਨ੍ਹਾਂ ਲੋਕਾਂ ਕੋਲ ਜ਼ਮੀਨ ਨਹੀਂ ਆ ਉਹ ਕੱਖ ਕੰਡਾ ਲੈਣ ਜਾਂ ਕੋਈ ਕੰਮ ਕਰਾਉਣ ਦੇ ਲਈ ਆਪਣੇ ਪਿੰਡ ਦੇ ਬਾਕੀ ਲੋਕਾਂ ਦੇ ਨਾਲ ਜਾਂਦੇ ਨੇ। ਜਿੱਦਾਂ ਅਸੀਂ ਕਹਿੰਦੇ ਵੀ ਜੱਟ ਤੇ ਸੀਰੀ ਦੀ ਇੱਕ ਸਾਂਝ ਹੈ, ਤੇ ਜਿਹੜੀ ਕੰਪਨੀ ਨੇ ਤਾਂ ਫਿਰ ਇਹ ਸਾਂਝ ਤੋੜ ਦੇਣੀ ਹੈ, ਤੇ ਲੋਕੀ ਆਪਣੇ ਖੇਤਾਂ ਦੇ ਵਿੱਚ ਹਰਾ ਚਾਰਾ, ਪੱਠੇ, ਕੋਈ ਚੀਜ਼ ਵੜਨ ਹੀ ਨਹੀਂ ਦੇਣਾ। ਕੰਪਨੀ ਨੇ ਤਾਂ 5 ਸਾਲ ਦੇ ਲਈ ਕੰਡਾਲੀਆਂ ਤਾਰਾਂ ਲਾ ਕੇ ਵੱਖ-ਵੱਖ ਲੋਕਾਂ ਤੋਂ ਖਰੀਦ ਕੇ ਆਪਣੀ ਜ਼ਮੀਨ ਦੇ ਉੱਤੇ, ਆਪਣੇ ਪਿੰਡ ਦੇ ਵਿੱਚੋਂ ਲੋਕੀ ਇੱਕ ਤਰੀਕੇ ਦੇ ਨਾਲ ਬੇਘਰੇ ਕਹਿੰਦੇ ਆ ਜਿਹਨਾਂ ਨੂੰ। ਇੱਕ ਜਿਹੜੀ ਜ਼ਿਆਦਾ ਇੰਪੋਰਟੈਂਟ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ ਕਿ ਜਿਹੜੀ ਐਗਰੀਕਲਚਰ ਹੈ ਉਹ ਸਾਡੇ ਕਲਚਰ ਦਾ ਆਧਾਰ ਹੈ, ਸਾਡੇ ਧਰਮ ਦਾ, ਸਾਡੇ ਪੂਰਵਜਾਂ ਦਾ, ਸਾਡੇ ਬਜ਼ੁਰਗਾਂ ਦਾ। ਬਿਲਕੁਲ ਖੇਤੀ ਦੇ ਨਾਲ ਹੀ ਸਾਡੀ ਸਾਂਝ ਹੈ। ਜਦੋਂ ਅਸੀਂ ਖੇਤੀ ਤੋਂ ਅਪਰੂਟ ਹੋ ਗਏ ਤਾਂ ਅਸੀਂ ਆਪਣੇ ਧਰਮ ਦੇ ਉੱਤੋਂ, ਆਪਣੀ ਸੰਸਕ੍ਰਿਤੀ ਦੇ ਉੱਤੋਂ, ਆਪਣੀ ਬੋਲੀ ਦੇ ਉੱਤੋਂ, ਹਰ ਪੱਖ ਤੋਂ ਅਸੀਂ ਮਤਲਬ ਜਿਹਨੂੰ ਆਪਾਂ ਕਹਿੰਦੇ ਵੀ ਜੜੋਂ ਖੇਡਣ ਵਾਲਾ ਕੰਮ ਹੋਏਗਾ ਇਹ। ਇਸ ਕਰਕੇ ਸਾਡੀ ਚਿੰਤਾ ਇਸ ਗੱਲ ਤੇ ਥੋੜੀ ਜ਼ਿਆਦਾ ਹੈ। ਜੀ ਜੀ। ਤੇ ਦੂਜੇ ਬੰਨੇ ਜੇ ਆਪਾਂ ਦੇਖੀਏ ਕਿ ਕੀ ਮਤਲਬ ਜਿਹੜੇ ਲੋਕ ਕਹਿ ਰਹੇ ਨੇ ਕਿ ਸਹੀ ਹੋ ਰਿਹਾ, ਜਾਂ ਜੋ ਸਰਕਾਰਾਂ ਦਾ ਪੱਖ ਹੈ ਕਿ ਸਾਰਾ ਕੁਝ ਸਹੀ ਕਰ ਰਹੇ ਹਾਂ, ਅਸੀਂ ਕਿਸਾਨਾਂ ਨੂੰ ਆਜ਼ਾਦ ਕਰ ਰਹੇ ਹਾਂ, ਉਹਨਾਂ ਨੂੰ ਹੋਰ ਜ਼ਿਆਦਾ ਅਸੀਂ ਜਿਹੜਾ ਹੈਗਾ ਉਹ ਕਹਿੰਦੇ ਕਿ ਅਸੀਂ ਉਹਨਾਂ ਨੂੰ ਹੋਰ ਉੱਪਰ ਲੈ ਕੇ ਜਾ ਰਹੇ ਹਾਂ, ਤੇ ਉਹਨਾਂ ਪੱਖਾਂ ਦੇ ਵਿੱਚ ਕੀ ਸੱਚਾਈ ਹੈ ਕਿ ਕੀ ਇਹਦਾ ਕੋਈ ਆਪਾਂ ਕਹੀਏ ਕਿ ਇਹਨਾਂ ਦੋਨਾਂ ਬਿੱਲਾਂ ਦਾ ਜਾਂ ਤਿੰਨਾਂ ਬਿੱਲਾਂ ਦਾ ਕੋਈ ਬੈਨੀਫਿਟ ਵੀ ਹੈ ਜਾਂ ਕਿ ਨੁਕਸਾਨ ਹੀ ਹੈ? ਪਿਛਲੇ ਘੱਟੋ ਘੱਟ 10 ਸਾਲਾਂ ਦਾ ਜਾਂ 15 ਸਾਲਾਂ ਦਾ ਜਿਹੜਾ ਐਕਸਪੀਰੀਅੰਸ ਇਹ ਹੈ
ਜਦੋਂ ਪਹਿਲਾਂ ਕਾਂਗਰਸ ਸਰਕਾਰ ਆਈ ਸੀ, ਬਾਅਦ ਦੇ ਵਿੱਚ ਅਕਾਲੀ ਸਰਕਾਰ ਆਉਂਦੇ ਤਕਰੀਬਨ 15 ਸਾਲ ਹੋ ਗਏ। ਉਦੋਂ ਸਰਕਾਰ ਨੇ ਯਤਨ ਕੀਤਾ ਸੀਗਾ ਕਿ ਕ੍ਰੌਪ ਦੇ ਵਿੱਚ ਵਿਭਿੰਨਤਾ ਲੈ ਆਈ ਜਾਵੇ, ਕਿਸਾਨ ਕੋਈ ਹੋਰ ਫਸਲਾਂ ਬੀਜ ਲੈਣ, ਪਰੰਤੂ ਜੋ ਮਾਰਕੀਟ ਦਾ ਰੁਝਾਨ ਹੈ, ਕਿਸਾਨਾਂ ਨੇ ਉਦਾਂ ਦੀਆਂ ਫਸਲਾਂ ਨਹੀਂ ਬੀਜੀਆਂ। ਕਿਉਂ ਨਹੀਂ ਬੀਜੀਆਂ? ਕਿਉਂਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਮੁੱਲ ਨਹੀਂ ਮਿਲਦਾ। ਜੇ ਅੱਜ ਵੀ ਅਸੀਂ ਗੱਲ ਕਰਦੇ ਹਾਂ, ਭਾਵੇਂ ਸਬਜ਼ੀਆਂ ਦੀ ਐਗਜ਼ਾਮਪਲ ਲੈ ਲਓ ਜਾਂ ਬਾਕੀ ਫਸਲਾਂ ਦੀਆਂ ਜਿਹੜੀਆਂ MSP ਦੇ ਅੰਡਰ ਨਹੀਂ ਹੁੰਦੀਆਂ, ਉਹਨਾਂ ਦਾ ਕਿਹੜਾ ਕਿਸਾਨਾਂ ਨੂੰ ਮੁੱਲ ਵੱਧ ਮਿਲਦਾ। ਜੇ ਇੱਥੇ ਇੱਕ ਗੱਲ ਸੁਝਾਅ ਦੇ ਤੌਰ ਤੇ ਇਹੀ ਹੈ ਕਿ ਜੇਕਰ ਸਰਕਾਰ ਦੀ ਇੱਛਾ ਸਹੀ ਹੁੰਦੀ ਤਾਂ ਇਦਾਂ ਦਾ ਪੈਰਲਲ ਸਿਸਟਮ ਚਲਾ ਕੇ ਦਿਖਾਉਂਦੇ, ਫਿਰ ਕਿਸਾਨਾਂ ਦਾ ਯਕੀਨ ਵੱਜਣਾ ਸੀਗਾ ਵੀ ਚਲੋ ਇਹ ਸਿਸਟਮ ਵਧੀਆ ਹੋਏਗਾ ਪਹਿਲੇ ਦੇ ਨਾਲੋਂ। ਪਰੰਤੂ ਹੁਣ ਤੱਕ ਦਾ ਜਿਹੜਾ ਕਿਸਾਨਾਂ ਦਾ ਤਜਰਬਾ ਹੈ, ਕੰਪਨੀਆਂ ਨੇ ਜਿੰਨੇ ਵੀ ਕੰਟਰੈਕਟ ਕਿਸਾਨਾਂ ਨਾਲ ਕੀਤੇ ਨੇ, ਕਿਸਾਨਾਂ ਦੇ ਨਾਲ ਧੋਖਾ ਹੁੰਦਾ ਰਿਹਾ। ਜੀ ਬਿਲਕੁਲ। ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਹੋਰ ਦੇਖੀਏ ਕਿ ਕੀ ਪੰਜਾਬ ਤੇ ਹਰਿਆਣਾ ਦਾ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਹੈਗੀ ਹੈ ਕਾਫੀ ਜ਼ਿਆਦਾ ਜਿਹੜੀ ਆਮਦਨ ਹੁੰਦੀ ਹੈ। ਜਦੋਂ ਐਵਰੇਜ ਉਹਦੀ ਕੱਢਦੇ ਹੈਗੇ ਤਕਰੀਬਨ 18,500 ਮਹੀਨੇ ਨੂੰ ਜਿਹੜੀ ਐਵਰੇਜ ਆਪਾਂ ਕਹੀ ਕਿ ਇਨਕਮ ਜਿਹੜੀ ਸਾਲ ਦੀ ਹੈ, ਜਿਹੜੀ ਮਹੀਨੇ ਦੀ ਹੈ ਉਹ ਕੱਢੀ ਜਾਂਦੀ ਹੈ। ਔਰ ਹਰਿਆਣੇ ਦੀ ਵੀ ਜਿਹੜੀ 14,000 ਹੈ, ਔਰ ਬਿਹਾਰ ਦੀ ਤਕਰੀਬਨ 6,000 ਜਾਂ 5-6,000 ਦੇ ਲਾਗੇ ਚਾਗੇ ਹੈ। ਕੀ ਇਹ ਜਿਹੜਾ ਇਫੈਕਟ ਹੈ ਸਿਰਫ ਪੰਜਾਬ ਤੇ ਹਰਿਆਣਾ ਤੇ ਜ਼ਿਆਦਾ ਪਵੇਗਾ ਜਾਂ ਓਵਰਆਲ ਪੂਰੇ ਦੇਸ਼ ਦੀ ਕਿਸਾਨੀ ਇਹਦੇ ਨਾਲ ਥੱਲੇ ਜਾਵੇਗੀ, ਜਾਂ ਕਿ ਉਹ ਉੱਪਰ ਆਣਗੇ ਤੇ ਪੰਜਾਬ ਵਾਲੇ ਤੇ ਹਰਿਆਣੇ ਵਾਲੇ ਥੱਲੇ ਜਾਣਗੇ? ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਵੀ ਪੰਜਾਬ ਤੇ ਹਰਿਆਣੇ ਵਾਲੇ ਥੱਲੇ ਜਾਣਗੇ ਜਾਂ ਉੱਪਰ ਜਾਣਗੇ। ਗੱਲ ਤਾਂ ਜਿਹੜੀਆਂ ਸਾਡੀਆਂ ਨੀਤੀਆਂ ਨੇ ਉਹ ਕਿਸਾਨੀ ਨੂੰ ਡੋਬਣ ਵਾਲੀਆਂ ਨੇ। ਜਿਹੜਾ ਸਾਡਾ ਮੁਲਕ ਹੈ ਇਹ ਬੇਸਿਕਲੀ ਅਸੀਂ ਇਹਨੂੰ ਇੱਕ ਐਗਰੋ ਸੁਸਾਇਟੀ ਕਹਿੰਦੇ ਆ, ਐਗਰੀਕਲਚਰ ਬੇਸਡ ਹੈ। ਬਾਕੀ ਸਟੇਟਸ ਦੇ ਵਿੱਚ ਵੀ ਕਿਸਾਨਾਂ ਦਾ ਇਹੀ ਹਾਲ ਹੋਵੇਗਾ। ਜਿਹੜਾ ਫਾਰਮਰ ਸੁਸਾਈਡ ਹੈ ਪਿਛਲੇ ਸਮੇਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਬਹੁਤ ਹੋਇਆ। ਅੱਜ ਤੁਸੀਂ ਮੱਧ ਪ੍ਰਦੇਸ਼ ਦੀ ਤੁਸੀਂ ਐਗਜ਼ਾਮਪਲ ਲੈ ਲਓ। ਮੱਧ ਪ੍ਰਦੇਸ਼ ਦੇ ਵਿੱਚ ਲੋਕਾਂ ਨੇ ਸੋਇਆਬੀਨ ਬਹੁਤ ਜ਼ਿਆਦਾ ਬੀਜ ਲਈ, ਪਰੰਤੂ ਸੋਇਆਬੀਨ ਨੂੰ ਹੁਣ ਖਰੀਦਣ ਵਾਲਾ ਕੋਈ ਨਹੀਂ ਹੈ। ਕਹਿਣ ਦਾ ਮਤਲਬ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਜਦੋਂ ਫਸਲਾਂ ਦੀ ਜਿਹੜੀ ਪ੍ਰੋਡਕਸ਼ਨ ਪੈਦਾਵਾਰ ਕਿਸਾਨ ਕਰਨਗੇ, ਜੇਕਰ ਉਹਨਾਂ ਨੂੰ ਕੋਈ ਖਰੀਦਣ ਵਾਲਾ ਨਹੀਂ ਹੋਏਗਾ ਤਾਂ ਫਿਰ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਰੁਲਣਗੀਆਂ। ਪੰਜਵੀਂ ਜੀ, ਤੇ ਆਪਾਂ ਗੱਲ ਕਰ ਰਹੇ ਸੀ ਕਿ ਕੀ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਜਿਹੜਾ ਬਾਕੀ ਕਿਸਾਨੀ ਦਾ ਵੀ ਨੁਕਸਾਨ ਹੋਵੇਗਾ, ਜਾਂ ਇਹ ਸਾਰਾ ਇਫੈਕਟ ਜਿਹੜਾ ਹੈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਤੇ ਹੀ ਪਵੇਗਾ? ਦੇਖੋ, ਜੇ ਆਪਾਂ ਪੰਜਾਬ ਤੇ ਹਰਿਆਣੇ ਦੀ ਗੱਲ ਕਰੀਏ, ਇਹ ਇੱਥੇ ਹਰੀ ਕ੍ਰਾਂਤੀ ਸਭ ਤੋਂ ਪਹਿਲਾਂ ਆਈ ਸੀ। ਜਿੱਦਾਂ ਆਪਾਂ ਪਹਿਲਾਂ ਪਿੱਛੇ ਗੱਲ ਕੀਤੀ ਸੀ ਕਿ ਵੱਖ-ਵੱਖ ਧੰਦਿਆਂ ਦੇ ਵਿੱਚ ਲੱਗੇ ਲੋਕ, ਜਿੱਦਾਂ ਕੰਬਾਈਨ ਇੰਡਸਟਰੀ ਹੋ ਗਈ ਜਾਂ ਬਾਕੀ ਐਗਰੀਕਲਚਰ ਨਾਲ ਰਿਲੇਟਡ ਇੰਡਸਟਰੀ, ਉਹ ਪੰਜਾਬ ਤੇ ਹਰਿਆਣਾ ਦੇ ਵਿੱਚ ਜ਼ਿਆਦਾ ਡਿਵੈਲਪ ਹੋਈ ਹੈ। ਕੰਬਾਈਨਾਂ ਵੀ ਇੱਥੋਂ ਜ਼ਿਆਦਾ ਬਣਨੀਆਂ ਸ਼ੁਰੂ ਹੋਈਆਂ ਨੇ। ਇੱਕ ਗੱਲ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਵਰਗੀ ਕੰਬਾਈਨ ਦੁਨੀਆ ਦੇ ਕਿਸੇ ਹੋਰ ਖਿੱਤੇ ਦੇ ਵਿੱਚ ਨਹੀਂ ਤਿਆਰ ਹੋਈ। ਸੋ ਇਹਦੇ ਨਾਲ ਕੀ ਹੋਏਗਾ ਕਿ ਜਦੋਂ ਇੱਥੇ ਸੰਕਟ ਹੋਏਗਾ ਤਾਂ ਇਕੱਲਾ ਕਿਸਾਨ ਨਹੀਂ, ਬਾਕੀ ਧੰਦਿਆਂ ਵੀ ਇਫੈਕਟਡ ਹੋਣਗੇ। ਜਿਹੜੇ ਇੰਡੀਆ ਦੇ ਬਾਕੀ ਖੇਤਰਾਂ ਦੇ ਵਿੱਚ ਹਜੇ ਐਗਰੀਕਲਚਰ ਡਿਵੈਲਪਮੈਂਟ ਨਹੀਂ ਹੋਈ, ਉਹਦੇ ਕੰਪੈਰੀਜ਼ਨ ਦੇ ਵਿੱਚ ਤਾਂ ਪੰਜਾਬ ਤੇ ਹਰਿਆਣਾ ਦਾ ਨੁਕਸਾਨ ਵੱਧ ਹੋਏਗਾ। ਪਰੰਤੂ ਜਦੋਂ ਆਪਾਂ ਨੁਕਸਾਨ ਦੀ ਗੱਲ ਕਰਦੇ ਹਾਂ, ਕਿਸਾਨੀ ਦਾ ਕਿਸਾਨੀ ਹੈ, ਇਨਸਾਨ ਤਾਂ ਇਨਸਾਨ ਹੈ। ਉਹ ਭਾਵੇਂ ਮਹਾਰਾਸ਼ਟਰ ਦਾ ਹੈ, ਮੱਧ ਪ੍ਰਦੇਸ਼ ਦਾ ਜਾਂ ਯੂਪੀ ਦਾ, ਜਾਂ ਫਿਰ ਅੱਗੇ ਆਪਾਂ ਗੱਲ ਕਰ ਲਈ ਸਾਊਥ ਇੰਡੀਆ ਦਾ ਕਿਸਾਨ ਹੈ। ਮਤਲਬ ਕਿਸਾਨੀ ਦੇ ਪ੍ਰਤੀ ਜਿਹੜੀ ਸਾਡੀਆਂ ਨੀਤੀਆਂ ਨੇ ਪਿਛਲੇ ਸਮੇਂ ਦੇ ਵਿੱਚ, ਜੇ ਆਪਾਂ ਦੁਨੀਆ ਦੀ ਆਪਾਂ ਗੱਲ ਕਰ ਲਈਏ, ਜਿਹੜੇ ਵਿਕਸਿਤ ਮੁਲਕ ਨੇ ਉਹ ਵੀ ਕਿਸਾਨੀ ਨੂੰ ਸਬਸਿਡੀ ਦੇ ਕੇ ਬਚਾ ਰਹੇ ਨੇ। ਪਰੰਤੂ ਇੰਡੀਆ ਦੇ ਵਿੱਚ ਪਾਲਿਸੀਜ਼ ਇਦਾਂ ਦੀਆਂ ਆ ਰਹੀਆਂ ਨੇ ਕਿ ਇੱਥੇ ਕਿਸਾਨੀ ਦੇ ਉੱਤੋਂ ਸਬਸਿਡੀ ਖਤਮ ਕੀਤੀ ਜਾਵੇ। ਕਹਿਣ ਦਾ ਮਤਲਬ ਕਿ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਦੀ ਡਿਵੈਲਪਮੈਂਟ ਹੋਈ ਹੈ, ਅਮੀਰ ਲੋਕ ਹੋਰ ਅਮੀਰ ਹੋਏ ਨੇ, ਗਰੀਬ ਹੋਰ ਗਰੀਬ ਹੋਏ ਨੇ। ਇਹ ਪਾੜਾ ਵੱਧ ਜਾਣਾ ਹੈ ਜੀ। ਤੁਹਾਨੂੰ ਅਮੀਰਾਂ ਦਾ ਪਤਾ ਹੀ ਨਹੀਂ ਲੱਗਣਾ ਕਿੱਥੇ ਰਹਿੰਦੇ ਨੇ, ਕੌਣ ਤੁਹਾਨੂੰ ਕੰਟਰੋਲ ਕਰਦਾ। ਤੁਸੀਂ ਸੋਚ ਰਹੇ ਕਿ ਵੱਡਾ ਇਫੈਕਟ ਪਏਗਾ। ਤੇ ਹੁਣ ਆਪਾਂ ਜਿਹੜਾ ਤੀਸਰਾ ਇਹਦੇ ਵਿੱਚ ਹੈਗਾ ਹੈ, ਆਪਾਂ ਕਹਿ ਲਈ ਕਿ ਐਸੈਂਸ਼ੀਅਲ ਕਮੋਡਿਟੀ ਜਿਹੜਾ ਬਿੱਲ ਹੈਗਾ, ਤੇ ਉਹਦੇ ਵਿੱਚ ਕੀ ਇਹ ਦੀਆਂ ਨੀਤੀਆਂ ਹੈਗੀਆਂ ਜਿਹਦੇ ਨਾਲ ਤੇ ਉਹਨਾਂ ਦਾ ਇਫੈਕਟ ਕੀ ਪਵੇਗਾ? ਮਤਲਬ ਬੇਸਿਕਲੀ ਤਾਂ ਸਰਕਾਰ ਨੇ ਜ਼ੋਰ ਇਸ ਗੱਲ ਤੇ ਲਾਇਆ ਵੀ ਕਿਸਾਨਾਂ ਨੂੰ ਜਿਹੜੀ ਫੂਡ ਪ੍ਰੋਸੈਸਿੰਗ ਦੀ ਲਾਇਸੈਂਸਿੰਗ ਤੋਂ ਛੋਟ ਹੋਏਗੀ, ਕਿਸਾਨ ਇਹ ਕੰਮ ਕਰ ਲੈਣਗੇ ਜੀ। ਪਿਛਲੇ ਸਮੇਂ ਦੇ ਵਿੱਚ ਜੇ ਆਪਾਂ ਪੰਜਾਬ ਜਾਂ ਹਰਿਆਣੇ ਦੀ ਐਗਜ਼ਾਮਪਲ ਲਈਏ, ਜਿਹੜੇ ਛੋਟੇ ਫਾਰਮਰ ਨੇ
ਉਹਨਾਂ ਨੇ ਅੱਜ ਤੱਕ ਇਸ ਪਾਸੇ ਦੇ ਵਿੱਚ ਇੰਟਰਪ੍ਰੈਨਿਓਰਸ਼ਿਪ ਉਹਨਾਂ ਦੀ ਡਿਵੈਲਪ ਨਹੀਂ ਹੋਈ। ਕਿਉਂ ਨਹੀਂ ਡਿਵੈਲਪ ਹੋਈ? ਕਿਉਂਕਿ ਜਿਹੜੀਆਂ ਸਾਡੀਆਂ ਵੱਡੀਆਂ ਕੰਪਨੀਆਂ ਨੇ, ਖਾਸ ਕਰਕੇ MNCs ਮਲਟੀਨੈਸ਼ਨਲ ਕੰਪਨੀਜ਼, ਸਾਡੀ ਜਿਹੜੀ ਇੰਡੀਅਨ ਗਵਰਨਮੈਂਟ ਦੋ ਬੇੜੀਆਂ ਦੇ ਵਿੱਚ ਸਵਾਰ ਹੈ। ਇੱਕ ਪਾਸੇ ਤਾਂ ਜਿਹੜਾ ਫੋਰਨ ਕੈਪੀਟਲ ਹੈ ਉਹਨੂੰ ਵੈਲਕਮ ਕਰ ਰਹੀ ਨੇ, ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਪੈ ਰਹੇ ਆ। ਦੂਸਰੇ ਪਾਸੇ ਅਸੀਂ ਕਹਿੰਦੇ ਹਾਂ ਵੀ ਜਿਹੜੇ ਸਾਡੀਆਂ ਲੋਕਲ ਇੰਡਸਟਰੀ ਹੈ, ਸਮਾਲ ਸਕੇਲ ਇੰਡਸਟਰੀ, ਇਹ ਡਿਵੈਲਪ ਹੋ ਜਾਏਗੀ। ਪਰੰਤੂ ਜਦੋਂ ਤੁਸੀਂ ਕੰਪੈਰੀਜ਼ਨ ਕਰੋਗੇ ਇੱਕ ਮਲਟੀਨੈਸ਼ਨਲ ਕੰਪਨੀ ਦੇ ਨਾਲ ਆਪਣੀ ਫੂਡ ਪ੍ਰੋਸੈਸਿੰਗ ਦੀ, ਤਾਂ ਲੋਕਲ ਜਿਹੜੀ ਫੂਡ ਪ੍ਰੋਸੈਸਿੰਗ ਹੈ ਮਾਰਕੀਟ ਦੇ ਵਿੱਚ ਕਿਤੇ ਟਿਕ ਨਹੀਂ ਸਕੇਗੀ। ਜਿਹੜੇ ਸਾਡੇ ਪੁਰਾਣੇ ਸੀਗੇ, ਆਪਾਂ ਕੋਲਡ ਡਰਿੰਕਸ ਦੀ ਐਗਜ਼ਾਮਪਲ ਲੈ ਲਈਏ, ਥਮਜ਼ ਅਪ, ਕੈਂਪਾ ਕੋਲਾ, ਮਾਜਾ, ਇਹ ਸਾਰੇ ਜਾਂ ਪੈਪਸੀ ਨੇ ਖਰੀਦ ਲਏ ਜਾਂ ਕੋਕ ਨੇ ਖਰੀਦ ਲਏ। ਜਦੋਂ ਉਹਨਾਂ ਦੀ ਪ੍ਰੋਡਕਸ਼ਨ ਨਹੀਂ ਇੱਥੇ ਚੱਲ ਰਹੀ ਤੇ ਬਾਕੀ ਪ੍ਰੋਡਕਸ਼ਨ ਕਿੱਦਾਂ ਚੱਲੇਗੀ? ਤੇ ਲੋਕਲ ਮਤਲਬ ਤੁਸੀਂ ਕਹਿ ਰਹੇ ਕਿ ਜਦੋਂ ਮਲਟੀਨੈਸ਼ਨਲ ਕੰਪਨੀਆਂ ਇਸ ਦੇ ਵਿੱਚ ਆ ਜਾਣਗੀਆਂ ਤੇ ਜਿਹੜਾ ਲੋਕਲ ਬਾਇਰ ਕਹਿ ਲਈਏ ਜਾਂ ਜਿਹੜਾ ਲੋਕਲ ਸੈਲਰ ਹੈਗਾ ਜਾਂ ਜਿਹੜੇ ਲੋਕਲ ਪ੍ਰੋਡਕਸ਼ਨ ਕਰਦੇ ਹੈਗੇ ਉਹਨਾਂ ਤੇ ਵੱਡਾ ਇਫੈਕਟ ਇਸ ਦੇ ਵਿੱਚ ਪਵੇਗਾ। ਹਾਂ, ਕਹਿਣ ਨੂੰ ਤਾਂ ਪਾਲਿਸੀ ਦੇ ਵਿੱਚ ਇਹ ਕਿਹਾ ਗਿਆ ਵੀ ਕਿਸਾਨ ਆਪਣੀ ਪ੍ਰੋਸੈਸਿੰਗ ਕਰ ਲਏਗਾ, ਪਰੰਤੂ ਉਹਦੀ ਮਾਰਕੀਟਿੰਗ ਦਾ ਕੰਮ ਜਾਂ ਉਹਦੀ ਪ੍ਰੋਸੈਸਿੰਗ ਨੂੰ ਉਹਨੂੰ ਖਰੀਦੇਗਾ ਕੌਣ? ਜਦੋਂ ਤੁਸੀਂ ਕੰਪੈਰੀਜ਼ਨ ਕਰੋਗੇ ਮਲਟੀਨੈਸ਼ਨਲ ਕੰਪਨੀ ਦੇ ਨਾਲ, ਉਹਨਾਂ ਕੋਲ ਸਰਮਾਇਆ ਜ਼ਿਆਦਾ ਹੈ, ਟੈਕਨੋਲੋਜੀ ਜ਼ਿਆਦਾ ਹੋਏਗੀ, ਜਾਂ ਉਹਨਾਂ ਦੇ ਜਿਹੜੇ ਸਾਇੰਟਿਸਟ ਉਸ ਲੈਵਲ ਦੇ ਹੋਣਗੇ। ਇੱਕ ਛੋਟਾ ਕਿਸਾਨ ਉੱਦਾਂ ਦਾ ਸਾਇੰਟਿਸਟ ਕਿਸ ਤਰ੍ਹਾਂ ਹਾਇਰ ਕਰ ਲੇਗਾ? ਕੰਪਨੀਆਂ ਕੀ ਕਰਦੀਆਂ ਨੇ ਅੱਜ ਕੱਲ, ਤੁਸੀਂ ਵੀ ਦੇਖਦੇ ਹੋ, ਫੋਰਨ ਦੇ ਵਿੱਚ ਵੀ ਇਹੀ ਚੱਲਦਾ ਹੈ, ਦੁਨੀਆ ਪੱਧਰ ਤੇ ਸਾਡਾ ਟੇਸਟ ਕੈਪਚਰ ਕਰਦੇ ਨੇ। ਤੇ ਇੱਕ ਛੋਟੇ ਕਿਸਾਨ ਕੋਲੇ ਤਾਂ ਉੱਦਾਂ ਦੀ ਰਿਸਰਚ ਦਾ ਮਤਲਬ ਨਾ ਸਾਜੋ ਸਮਾਨ ਹੈ, ਨਾ ਉਹਦੇ ਕੋਲ ਸਰਮਾਇਆ ਹੈ। ਕੰਪਨੀਆਂ ਸਾਰਾ ਕੁਝ ਕਰ ਸਕਦੀਆਂ ਨੇ, ਮਲਟੀਨੈਸ਼ਨਲ ਕੰਪਨੀ ਕਰ ਸਕਦੀਆਂ ਨੇ। ਤੇ ਇੱਕ ਤਰੀਕੇ ਦੇ ਨਾਲ ਖੁੱਲ੍ਹ ਦੇ ਨਾਂ ਤੇ ਅਸੀਂ ਮਲਟੀਨੈਸ਼ਨਲ ਕੰਪਨੀਜ਼ ਨੂੰ ਜ਼ਿਆਦਾ ਖੁੱਲ੍ਹਾ ਦੇ ਰਹੇ ਹਾਂ ਕਿ ਉਹ ਜੋ ਮਰਜ਼ੀ ਕਰਨ। ਜੀ ਬਿਲਕੁਲ ਜੀ। ਤੇ ਦੂਜੇ ਬੰਨੇ ਜੇ ਆਪਾਂ ਦੇਖੀਏ ਕਿ ਕੀ ਸਟੇਟ ਦੇ ਰੈਵਨਿਊ ਤੇ ਕੋਈ ਇਸ ਦੇ ਨਾਲ ਕੋਈ ਫਰਕ ਪਵੇਗਾ? ਕਿਉਂਕਿ ਕਿਹਾ ਤਾਂ ਇਹ ਜਾਂਦਾ ਹੈਗਾ ਕਿ ਜਿਹੜੀਆਂ ਮੰਡੀਆਂ ਦੇ ਵਿੱਚ ਜੋ ਸਮਾਨ ਵਿਕਦਾ ਹੈਗਾ ਜਾਂ ਮੰਡੀਆਂ ਦੇ ਵਿੱਚ ਜੋ ਆੜ੍ਹਤੀਆਂ ਨੂੰ ਪਰਸੈਂਟੇਜ ਮਿਲਦੀ ਆ, ਉਸ ਦੇ ਵਿੱਚ ਸਟੇਟ ਦੀ ਵੀ ਪਰਸੈਂਟੇਜ ਹੁੰਦੀ, ਆੜ੍ਹਤੀਆਂ ਦੀ ਵੀ ਹੁੰਦੀ। ਕੀ ਸਟੇਟ ਦੇ ਰੈਵਨਿਊ ਦੇ ਇਸ ਨੂੰ ਕੋਈ ਫਰਕ ਪਵੇਗਾ? ਦੇਖੋ, ਜਦੋਂ ਤੁਸੀਂ ਡਾਇਰੈਕਟ ਪਰਚੇਜ ਦੇ ਵਿੱਚ ਗੱਲ ਕਰ ਲਈ, ਜਾਂ ਇੰਡੀਅਨ ਗਵਰਨਮੈਂਟ ਤਾਂ ਆਪਣੇ ਵੱਲੋਂ ਸੇਫ ਹੋ ਗਈ, GST ਹਰ ਥਾਂ ਤੇ ਲਾਗੂ ਹੋਏਗੀ। ਤੇ ਅੱਜ ਕੱਲ ਜਿਵੇਂ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੋਏਗਾ ਕਿ ਹੁਣ ਜਿਹੜੀ ਸਾਡਾ ਫਾਰਮਰ ਹੈ ਉਹ ਟੈਕਸ ਤੋਂ ਉੱਤੋਂ ਉਹਨੂੰ ਛੋਟ ਹੈ। ਜਦੋਂ ਫਾਰਮਰ ਇੱਕ ਪ੍ਰੋਸੈਸਿੰਗ ਦੇ ਵਿੱਚ ਪੈ ਜਾਏਗਾ ਤਾਂ ਉਹਦੀ ਜਿਹੜੀ ਇਨਕਮ ਹੈ ਉਹ ਟੈਕਸੇਬਲ ਹੋਏਗੀ। ਜਿਹੜੇ ਇਹਦੇ ਹਿਡਨ ਏਜੰਡੇ ਨੇ, ਜਿੱਦਾਂ ਆਪਾਂ ਕਹੀਏ ਵੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ, ਜਿਹੜਾ ਛੁਪਿਆ ਹੋਇਆ ਜਿਹੜਾ ਏਜੰਡਾ ਹੈ ਹਜੇ ਲੋਕਾਂ ਦੇ ਸਾਹਮਣੇ ਨਹੀਂ ਆਇਆ। ਜਦੋਂ ਇਹ ਇੰਪਲੀਮੈਂਟ ਹੋ ਜਾਏਗਾ ਫਿਰ ਹੋਰ ਜ਼ਿਆਦਾ ਕ੍ਰਾਈਸਿਸ ਦਾ ਸਾਹਮਣਾ ਕਰਨਾ ਪਏਗਾ। ਤੇ ਫਿਰ ਇਹਦਾ ਸਟੇਟ ਨੂੰ ਵੀ, ਕਿਉਂਕਿ ਜੇ ਮੰਡੀਆਂ ਤੇ ਇਫੈਕਟ ਪਏਗਾ ਤੇ ਸਟੇਟ ਨੂੰ ਵੀ ਤਾਂ ਇਸ ਕ੍ਰਾਈਸਿਸ ਦੇ ਵਿੱਚ ਸਾਹਮਣੇ ਆਉਣਾ ਪਵੇਗਾ। ਹਾਂਜੀ, ਜਦੋਂ ਆਪਾਂ ਸਟੇਟ ਦੀ ਗੱਲ ਕਰਦੇ ਹਾਂ, ਸਾਡਾ ਦੂਰਾ ਸਿਸਟਮ ਹੈ ਨਾ, ਇੱਕ ਜਿੱਦਾਂ ਆਪਾਂ ਪੰਜਾਬ ਸਟੇਟ ਦੀ ਗੱਲ ਕਰ ਲਈਏ ਤੇ ਇੱਕ ਸੈਂਟਰਲ ਸਟੇਟ। ਸੈਂਟਰ ਜਿਹੜੀ ਸਟੇਟ ਹੈ ਇੰਡੀਅਨ ਗਵਰਨਮੈਂਟ, ਉਹਦੇ ਕੋਲ ਤਾਂ ਡਾਇਰੈਕਟ ਕਲੈਕਸ਼ਨ ਚੱਲ ਜਾਏਗੀ, ਸਟੇਟ ਦੀ ਜਿਹੜੀ ਇਨਕਮ ਹੈ ਘਟ ਜਾਏਗੀ। ਆ ਪਿਛਲੇ ਸਮੇਂ ਦੇ ਵਿੱਚ ਜਿੰਨੇ ਮੁੱਖ ਮੰਤਰੀ ਨੇ ਉਹਨਾਂ ਦੀ ਮੀਟਿੰਗ ਦੇ ਵਿੱਚ ਇਹੀ ਗੱਲ ਹੁੰਦੀ ਰਹੀ, ਜਦੋਂ GST ਲਾਗੂ ਕੀਤੀ ਗਈ ਸੀ ਉਦੋਂ ਇਹ ਭਰਮ ਫੈਲਾਇਆ ਗਿਆ ਸੀਗਾ ਕਿ GST ਦੇ ਲਾਗੂ ਹੋਣ ਦੇ ਨਾਲ ਸਟੇਟ ਦੀ ਇਨਕਮ ਵਧੇਗੀ। ਪਰੰਤੂ ਹੁਣ ਤਜਰਬਾ ਇਹ ਹੈ ਕਿ ਪਿੱਛੇ ਜੇ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਸਟੇਟਸ ਨੂੰ ਇਹ ਕਹਿ ਦਿੱਤਾ ਕਿ ਜੇ ਤੁਸੀਂ ਆਪਣਾ ਕੰਮ ਚਲਾਉਣਾ ਤਾਂ ਤੁਸੀਂ ਲੋਨ ਲੈ ਲਓ। GST ਦਾ ਜਿਹੜਾ ਸਾਡਾ ਕਲੈਕਸ਼ਨ ਆ ਉਹ ਘਟ ਗਈ ਹੈ। ਕਹਿਣ ਦਾ ਮਤਲਬ ਜਿਹੜੀਆਂ ਸਾਡੀਆਂ ਪੰਜਾਬ ਸਟੇਟ ਦੀ ਗੱਲ ਕਰ ਲਈਏ, ਹਰਿਆਣਾ ਸਟੇਟ ਦੀ ਗੱਲ ਕਰ ਲਈਏ, ਇਹਨਾਂ ਦਾ ਜਿਹੜੀ ਰੈਵਨਿਊ ਦੇ ਵਿੱਚ ਵਾਧਾ ਨਹੀਂ ਹੋਏਗਾ, ਬਲਕਿ ਇਹਨਾਂ ਨੂੰ ਸੈਂਟਰ ਦੇ ਵੱਲ ਦੇਖਣਾ ਪਏਗਾ। ਜਿਹੜੀ ਸਾਡੀ ਗਵਰਨਮੈਂਟ ਦੀਆਂ ਪਾਲਿਸੀਜ਼ ਨੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਕਹਿ ਰਹੇ ਇੱਕ ਪ੍ਰਬੰਧ ਦੇ ਵਿੱਚ ਅਸੀਂ ਬੰਨਣ ਜਾ ਰਹੇ ਹਾਂ ਆਪਣੇ ਮੁਲਕ ਨੂੰ, ਜਦੋਂ ਕਿ ਦੁਨੀਆ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਸਾਡੀਆਂ ਪਾਲਿਸੀਜ਼ ਇਦਾਂ ਦੀਆਂ ਹੋਣ ਜਿਨ੍ਹਾਂ ਦੇ ਵਿੱਚ ਵੰਨ-ਸੁਵੰਨਤਾ ਵੱਧ ਹੋਵੇ। ਜੇ ਪੰਜਾਬ ਨੇ ਪਿਛਲੇ ਸਮੇਂ 'ਚ ਤਰੱਕੀ ਕੀਤੀ ਹੈ, ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਤੇ ਹਰਿਆਣਾ ਨੂੰ ਅਸੀਂ ਪਿੱਛੇ ਲੈ ਕੇ ਜਾਈਏ, ਬਲਕਿ ਇਹਨਾਂ ਨੂੰ ਹੋਰ ਤਰੱਕੀ ਦੇ ਮੌਕੇ ਦੇਣੇ ਚਾਹੀਦੇ ਨੇ। ਜਿਹੜਾ ਕੋਈ ਅੱਗੇ ਵੱਧਦਾ ਇਲਾਕਾ ਉਹਨੂੰ ਅੱਗੇ ਵਧਣ ਦੇਣਾ ਚਾਹੀਦਾ।
ਜੀ ਬਿਲਕੁਲ। ਤੇ ਹੁਣ ਆਪਾਂ ਦੂਜੇ ਬੰਨੇ ਆ ਜਾਂਦੇ ਹਾਂ ਕਿ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਖਾਸ ਕਰਕੇ ਖੇਤੀ ਪ੍ਰਧਾਨ ਪੰਜਾਬ ਨੂੰ ਕਿਹਾ ਜਾਣ ਕਰਕੇ ਪੰਜਾਬ ਦੇ ਵਿੱਚ ਜਿਹੜੀਆਂ ਫੈਕਟਰੀਜ਼ ਹੈਗੀਆਂ ਜਾਂ ਉਹਨਾਂ ਨੂੰ ਜਿਹੜੀ ਸਬਸਿਡੀ ਵਗੈਰਾ ਹੈਗੀ ਆ ਉਹ ਇੰਨੀ ਜ਼ਿਆਦਾ ਨਹੀਂ ਮਿਲਦੀ। ਤੇ ਉਸ ਤੋਂ ਇਲਾਵਾ ਜਿਹੜੇ ਬਾਕੀ ਦੇ ਜੇ ਆਪਾਂ ਨਾਲ ਦੇ ਲੱਗਦੇ ਆਪਾਂ ਸਟੇਟ ਦੀ ਗੱਲ ਕਰੀਏ ਤੇ ਹਿਮਾਚਲ ਨੂੰ ਜਿੱਦਾਂ ਉੱਥੇ ਵੱਧ ਫੈਕਟਰੀਆਂ ਨੇ ਜਾਂ ਜਿਹੜੀ ਐਵਰੇਜ ਹੈਗੀ ਹੈ ਫੈਕਟਰੀਆਂ ਦੀ ਉਹ ਵੱਧ ਹੈਗੀ ਹੈ, ਸਰਕਾਰ ਵੱਲੋਂ ਛੂਟਾਂ ਉੱਥੇ ਵੱਧ ਦਿੱਤੀਆਂ ਜਾਂਦੀਆਂ ਨੇ। ਤੇ ਕੀ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਇਹ ਸੈਂਟਰਲਾਈਜ਼ ਤੁਸੀਂ ਕਹਿ ਰਹੇ ਹੋ ਕਿ ਕਰ ਰਹੇ ਹੈਗੇ ਆ, ਸਾਰਿਆਂ ਨੂੰ ਇਹ ਕਹਿੰਦੇ ਕਿ ਅਸੀਂ ਸਾਰੀਆਂ ਸਟੇਟਾਂ ਨੂੰ ਬਰਾਬਰ ਕਰਨਾ, ਕਿ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਲੱਗਣ ਤੇ ਕੋਈ ਛੂਟ ਜਿਹੜੀ ਆ ਉਹ ਦਿੱਤੀ ਜਾਵੇਗੀ ਜਾਂ ਇਸ ਦੇ ਬਾਰੇ ਕੋਈ ਤੁਸੀਂ ਸੁਣਿਆ ਹੈਗਾ ਕਿ ਕੋਈ ਉਪਰਾਲਾ ਚੱਲ ਰਿਹਾ ਜਾਂ ਨਹੀਂ? ਦੇਖੋ ਜੀ, ਇੱਕ ਤਾਂ ਇਹ ਆ ਵੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਨੂੰ ਕਦੇ ਵੀ ਕੋਈ ਪੈਕੇਜ ਨਹੀਂ ਦਿੱਤਾ ਗਿਆ। ਜਦੋਂ ਵੀ ਕੋਈ ਜੀ ਜੀ ਜੰਗ ਦਾ ਮਾਹੌਲ ਬਣਦਾ ਹੈ ਜਾਂ ਬਾਰਡਰ ਦੀ ਗੱਲ ਕਰਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਕਿਸੇ ਨੇ ਇੰਡਸਟਰੀ ਲਗਾਉਣੀ ਹੈ ਤਾਂ ਉਹਦੇ ਸਾਹਮਣੇ ਆ ਜਾਏਗਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ, ਇਸ ਕਰਕੇ ਜਿਹੜੀ ਕੋਈ ਬਿਗ ਇੰਡਸਟਰੀ ਪੰਜਾਬ ਦੇ ਵਿੱਚ ਨਹੀਂ ਲੱਗ ਰਹੀ। ਇਹ ਸਾਡੇ ਪਾਲਿਸੀ ਦੇ ਵਿੱਚ ਵੀ ਇੱਕ ਹਿਡਨ ਏਜੰਡੇ ਦੇ ਤੌਰ ਤੇ ਗੱਲ ਇਦਾਂ ਦੀ ਆ ਜਾਂਦੀ ਹੈ। ਤੇ ਇੱਕ ਟੇਲ ਤੇ ਹੋਣ ਕਰਕੇ ਜਿਹੜੀ ਟੈਕਸ ਕਲੈਕਸ਼ਨ ਹੈ ਪੰਜਾਬ ਦੇ ਕੰਪੈਰੀਜ਼ਨ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ, ਜਿੱਥੇ ਪੰਜਾਬ ਪਹਿਲਾਂ 1 ਨੰਬਰ ਸੂਬਾ ਹੁੰਦਾ ਸੀਗਾ ਇਨਕਮ ਦੇ ਵਿੱਚ, ਹੁਣ ਇਹਦੀ ਥਾਂ ਤੇ ਹਰਿਆਣਾ ਅੱਗੇ ਵੱਧ ਗਿਆ। ਤੁਸੀਂ ਹਿਮਾਚਲ ਦੀ ਗੱਲ ਕੀਤੀ ਹੈ, ਹਿਮਾਚਲ ਦੇ ਵਿੱਚ ਜਿਹੜਾ ਟੂਰਿਜ਼ਮ ਦੇ ਨਾਲ ਬਹੁਤ ਜ਼ਿਆਦਾ ਇਨਕਮ ਹੋ ਰਹੀ ਹੈ। ਪੰਜਾਬ ਦੇ ਵਿੱਚ ਇਦਾਂ ਦੀ ਕੋਈ ਪੋਸੀਬਿਲਿਟੀ ਨਹੀਂ ਹੈਗੀ ਕਿ ਪੰਜਾਬ ਦੀ ਇਕਨੋਮੀ ਐਗਰੀਕਲਚਰ ਤੋਂ ਬਿਨਾਂ ਕਿਸੇ ਹੋਰ ਸੈਕਟਰ ਦੇ ਵਿੱਚ ਗਰੋ ਕਰ ਸਕੇ। ਪੰਜਾਬ ਜੇਕਰ ਬਚਿਆ ਤਾਂ ਸਾਡੇ ਕੇਵਲ NRI ਭਰਾਵਾਂ ਕਰਕੇ ਗੁਜ਼ਾਰਾ ਠੀਕ ਚੱਲਦਾ, ਕਿਉਂਕਿ ਜਿਹੜੇ ਸਾਡੇ ਨੌਜਵਾਨ ਬਾਹਰ ਚੱਲ ਜਾਂਦੇ ਆ, ਥੋੜੀ ਬਹੁਤੀ ਪੰਜਾਬ 'ਚ ਆ ਕੇ ਆਪਣੀ ਇਨਵੈਸਟਮੈਂਟ ਕਰਦੇ ਆ, ਕਿਸੇ ਨੇ ਮਕਾਨ ਬਣਾ ਲਿਆ ਜਾਂ ਕਿਸੇ ਨੇ ਕੋਈ ਜ਼ਮੀਨ ਖਰੀਦ ਲਈ, ਇਹਦੇ ਕਰਕੇ ਪੰਜਾਬ ਦਾ ਸਾਹ ਚੱਲਦਾ। ਜੇਕਰ ਸਾਡਾ ਇਹ ਚੈਨਲ ਨਾ ਹੁੰਦਾ ਤਾਂ ਪੰਜਾਬ ਦੇ ਵਿੱਚ ਹਾਲਤ ਹੋਰ ਬਹੁਤ ਮੰਦਹਾਲੀ ਵਾਲੇ ਹੋ ਜਾਣੇ ਸੀਗੇ ਜੀ। ਤੇ ਹੁਣ ਆਪਾਂ ਥੋੜਾ ਜਿਹਾ ਸਮ ਅਪ ਕਰਨ ਦੇ ਵੱਲੇ ਆਈਏ ਕਿ ਜੋ ਇਹ ਤਿੰਨੇ ਐਕਟ ਜਿਹੜੇ ਪਾਸ ਹੋਏ ਨੇ ਜਾਂ ਬਿੱਲ ਪਾਸ ਹੋਏ ਨੇ, ਤੇ ਇਹਨਾਂ ਦੇ ਵਿੱਚ ਜੇ ਤੁਸੀਂ ਤੱਥ ਕੱਢਣਾ ਹੋਵੇ ਤੇ ਕਿੰਨੇ ਕੁ ਹੱਕ ਦੇ ਵਿੱਚ ਜਾਂਦੇ ਨੇ ਜਾਂ ਕਿੰਨੇ ਕੁ ਵਿਰੋਧ ਦੇ ਵਿੱਚ ਜਾਂਦੇ ਨੇ, ਇਹਦੇ ਬਾਰੇ ਥੋੜਾ ਜਿਹਾ ਸਮ ਅਪ ਆਪਾਂ ਕੀਤੇ ਕਰ ਲਈਏ। ਜੇ ਆਪਾਂ ਸਮ ਅਪ ਕਰਨ ਦੀ ਗੱਲ ਕਰੀਏ, ਕਿਉਂਕਿ ਹੁਣ ਤੱਕ ਦਾ ਅਸੀਂ ਜਿੱਦਾਂ ਪੰਜਾਬ ਦੀ ਕਹਾਵਤ ਹੈ, ਬਾਹ ਪੈ ਜਾਣੀ ਹੈ ਜਾਂ ਰਾਹ ਪੈ ਜਾਣੀ ਹੈ, ਹੁਣ ਤੱਕ ਦਾ ਜਿਹੜਾ ਸਾਡੇ ਕੋਲ ਤਜਰਬਾ ਹੈ ਉਹ ਇਹ ਹੈ ਵੀ ਕਿਸਾਨ ਪੱਖੀ ਨਹੀਂ ਰਹੀਆਂ ਨੀਤੀਆਂ, ਨਾ ਕੇਵਲ ਸਾਡੇ ਮੁਲਕ ਦੇ ਵਿੱਚ ਬਲਕਿ ਦੁਨੀਆ ਪੱਧਰ ਦੇ ਵਿੱਚ। ਇੱਕ ਛਲਾਵਾ ਦੇਣ ਵਾਸਤੇ ਕਹਿਣ ਦੇ ਤੌਰ ਤੇ ਤਾਂ ਕਹਿ ਦਿੰਦੀ ਹੈ ਸਰਕਾਰ, ਕਿਹਾ ਵੀ ਗਿਆ ਕਿ ਇਹ ਕਾਨੂੰਨ ਕਿਸਾਨ ਪੱਖੀ ਨੇ, ਪਰੰਤੂ ਕਿਸਾਨ ਦਾ ਕਿਤੇ ਵੀ ਕੋਈ ਪੱਖ ਨਹੀਂ ਲਿਆ ਜਾਂਦਾ। ਕਿਸਾਨ ਨੂੰ ਹਰ, ਉਹ ਭਾਵੇਂ ਸਰਕਾਰ ਹੈ ਜਾਂ ਇੰਡਸਟਰੀ ਹੈ, ਇੱਕ ਤਰੀਕੇ ਦੇ ਨਾਲ ਖਤਮ ਕਰਨ ਵੱਲ ਜਾ ਰਹੀ ਹੈ। ਜਿੰਨਾ ਜਿੰਨਾ ਅਸੀਂ ਵਪਾਰੀਕਰਨ ਕਰਦੇ ਜਾਵਾਂਗੇ ਉਹਨਾਂ ਕਿਸਾਨ ਦਾ ਨੁਕਸਾਨ ਹੁੰਦਾ ਜਾਏਗਾ ਤੇ ਇਹ ਹੋ ਰਿਹਾ। ਜੀ ਜੀ ਬਿਲਕੁਲ ਜੀ। ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਕਿ ਤੁਸੀਂ ਸਾਰੀ ਜਿਹੜੀ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਕਮੈਂਟ ਦੇ ਰਾਹੀਂ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜੇਕਰ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਸਾਨੂੰ ਬਹੁਤ ਅੱਛਾ ਲੱਗੇਗਾ। ਧੰਨਵਾਦ।